जेता समुंद सागर नीर भरिया, तेते ओगण हमारी। दया करो किछ मेहर उपावो, डुबदे पत्थर तारे। जियड़ा अगन बराबर तपै, भीतर बगै काती। प्रणवत नानक हुक्म पछानै, सुख होवै दिन राती। प्रणवत नानक हुक्म पछानै, सुख होवै दिन राती। जुगहुं जुग अटल। शब्द गुरु बाणी के बोहित, धन धन साहिब श्री गुरु ग्रंथ साहब महाराज जी की पावन पवित्र पाक हजूरी विच जुड़ बैठे सतसंगी जनों, सतगुरां दी अपार कृपा सदका गुरु हजूरी विच बैठ के गुरबाणी दा लाहा खट रहे सतसंगी जनों, आओ आपां लड़ीवार आनंद साहब बाणी दी विचार नाल जुड़ना करिए। हुण तक आपां 31 पौड़ियां रल मिल के विचारियां हन। अज 32 नंबर पौड़ी, ए रसना तू अनरस राच रही, तेरी प्यास ना जाए। प्यास ना जाए होरत कितै, जिचर हर रस पल्लै ना पाए। ये पावन पौड़ी है, जिस राही गुरु साहब जी ने साडी इस रसना नूं होर रसां तो वरजिया है। ये रसना अकाल पुरख वाहिगुरु ने नाम रस लैण वास्ते दिती है, नाम दा स्वाद लैण वास्ते दिती है। पर मनुख संसारी रसां विच जदों खचित हो जाता है, गलतान हो जाता है, फिर इसनूं वो काम भुल ही जाता है जिहड़ा काम करन वास्ते परमात्मा ने रसना दिती है। सो आओ सारे ही मनोवृत्तियां एकागर करो। इस पौड़ी का मूल पाठ करन तो पहला, विचारां की आरंभता तो पहला गुरु चरनां झुकाओ सीस, प्रेम सहित गुरु नूं वंदना करो, फतेह दी सांझ करो। आखो जी वाहिगुरु जी का खालसा, वाहिगुरु जी की फतेह। ए रसना तू अनरस राच रही, तेरी प्यास ना जाए। प्यास ना जाए होरत कितै, जेचर हर रस पल्लै ना पाए। हर रस पाए पल्लै पिए हर रस,
ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹ ਹਰ ਰਸ ਕਰਮੀ ਪਾਈਐ। ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅਨਰਸ ਸਭ ਵੀਸਰੇ। ਜਾ ਹਰ ਵਸੈ ਮਨ ਆਏ। ਕਹਿ ਨਾਨਕ ਹੋਰ ਅਨਰਸ ਸਭ ਵੀਸਰੇ। ਜਾ ਹਰ ਵਸੈ ਮਨ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਧਰਤੀ ਤੇ ਸਾਰੀ ਕਾਇਨਾਤ ਦੇ ਵਿੱਚ ਦੋ ਪ੍ਰਕਾਰ ਦੇ ਮਨੁੱਖ ਰਹਿੰਦੇ ਹਨ। ਇੱਕ ਉਹ ਜੋ ਜਿਉਣ ਲਈ ਖਾਂਦੇ ਹਨ, ਦੂਜੇ ਉਹ ਜੋ ਖਾਣ ਲਈ ਜਿਉਂਦੇ ਹਨ। ਦੋ ਹੀ ਕਿਸਮਾਂ ਨੇ ਸੰਸਾਰ 'ਚ। ਤੇ ਦੂਜੀ ਕਿਸਮ ਦੇ ਲੋਕਾਂ ਦੀ ਜਿਹੜੀ ਗਿਣਤੀ ਹੈ ਉਹ ਪਹਿਲੇ ਨਾਲੋਂ ਕਿਤੇ ਵੱਧ ਹੈ। ਕਿਉਂਕਿ ਇੱਕ ਉਹ ਜੋ ਜਿਉਣ ਲਈ ਖਾਂਦੇ ਹਨ, ਬਸ ਇਹ ਸਰੀਰ ਚੱਲਦਾ ਰਹੇ, ਉਹਨਾਂ ਦੀ ਗਿਣਤੀ ਘੱਟ ਹੈ। ਪਰ ਦੂਜੇ ਉਹ ਜੋ ਖਾਣ ਲਈ ਜਿਉਂਦੇ ਹਨ ਉਹ ਬਹੁਤੇ ਹਨ। ਐਸੇ ਲੋਕਾਂ ਨੂੰ ਇਹ ਭੁਲੇਖਾ ਹੈ, ਅਗਿਆਨਤਾ ਹੈ, ਬੇਸਮਝੀ ਕਹਿ ਲਓ ਕਿ ਤਰ੍ਹਾਂ ਤਰ੍ਹਾਂ ਦੇ ਸਵਾਦਿਸ਼ਟ ਭੋਜਨ ਖਾਣ ਨਾਲ ਜੀਵ ਜਾਂ ਮਨ ਦੀ ਇਸ ਪੱਖੋਂ ਤ੍ਰਿਪਤੀ ਹੋ ਜਾਵੇ। ਇਹ ਸਾਡਾ ਇੱਕ ਭੁਲੇਖਾ ਹੈ ਵੀ ਸ਼ਾਇਦ ਵੱਖ ਵੱਖ ਭੋਜਨ ਖਾਵਾਂਗੇ, ਸਾਡਾ ਮਨ ਵੀ ਰੱਜ ਜਾਏਗਾ, ਸਾਡੀ ਜੀਵਾ ਵੀ ਰੱਜ ਜਾਏਗੀ। ਲੱਗਦਾ ਹੈ ਬੰਦੇ ਨੂੰ ਕਿ ਸ਼ਾਇਦ ਤ੍ਰਿਪਤੀ ਹੋ ਜਾਏਗੀ, ਇੱਕ ਦਿਨ ਜ਼ਰੂਰ ਹੋਵੇਗੀ। ਇਸ ਤਰ੍ਹਾਂ ਸੋਚਦਾ ਹੈ ਬੰਦਾ। ਪਰ ਇਹ ਜੀਵਨ 'ਚ ਹਮੇਸ਼ਾ ਯਾਦ ਰੱਖਣਾ, ਤ੍ਰਿਪਤੀ ਸੰਸਾਰ ਵਿੱਚ ਮਿਲੀਆਂ ਹੋਈਆਂ ਚੀਜ਼ਾਂ ਦੇ ਭੋਗ ਵਿੱਚੋਂ ਨਹੀਂ ਮਿਲਣੀ। ਜੋ ਸੰਸਾਰ ਸਾਨੂੰ ਮਿਲਿਆ ਨਾ, ਉਹਨਾਂ ਦੇ ਭੋਗਣ ਦੇ ਨਾਲ ਨਾ ਅੱਜ ਤੱਕ ਕੋਈ ਤ੍ਰਿਪਤ ਹੋਇਆ, ਨਾ ਅੱਗੇ ਕਦੀ ਹੋਵੇਗਾ। ਇਹ ਵੀ ਗਾਰੰਟੀ। ਵੱਡੇ ਵੱਡੇ ਰਾਜਨ ਅਰ ਭੂਮਨ ਤਾਕੀ ਤ੍ਰਿਸ਼ਨ ਨਾ ਬੁੱਝੀ। ਇਹ ਬੁੱਝਦੀ ਨਹੀਂ ਕਦੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਇੱਥੇ ਤੱਕ ਆਖਿਆ, ਵੇਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜੋ ਪਾਵਕ ਈਂਧਨ ਨਹੀਂ ਤਰਾਪੈ, ਬਿਨ ਹਰ ਕਹਾਂ ਅਗਾਈ। ਵੇਖਿਆ ਵਿੱਚ ਕਿਸੇ ਨੂੰ ਤ੍ਰਿਪਤੀ ਨਹੀਂ ਮਿਲੀ। ਜਿਵੇਂ ਅੱਗ ਹੈ ਨਾ, ਅੱਗ ਦੇ ਵਿੱਚ ਜਿਤਨੀਆਂ ਮਰਜ਼ੀਆਂ ਲੱਕੜਾਂ ਪਾਈ ਜਾਓ, ਕਦੀ ਨਹੀਂ ਆਖੇਗੀ ਮੈਂ ਰੱਜ ਗਈ ਹਾਂ, ਮੇਰੀ ਭੁੱਖ ਮਿਟ ਗਈ ਹੈ, ਜੇ ਹੋਰ ਨਾ ਪਾਓ। ਅੱਗ ਦੀ ਤਰ੍ਹਾਂ ਸਾਡੀ ਜੀਵਾ ਹੈ, ਸਾਡਾ ਮਨ ਹੈ। ਜਿਤਨੇ ਇਹਨੂੰ ਜ਼ਿਆਦਾ ਚਸਕੇ ਦੇਵਾਂਗੇ, ਉਤਨਾ ਇਹ ਹੋਰ ਭਟਕਦਾ ਚਲਾ ਜਾਏਗਾ। ਇਸ ਕਰਕੇ ਗੁਰਬਾਣੀ ਦੇ ਵਿੱਚ ਜਿਗਿਆਸੂ ਨੂੰ, ਜਿਹੜਾ ਕਿ ਰੱਬ ਨਾਲ ਮਿਲਣਾ ਚਾਹੁੰਦਾ ਹੈ, ਜਿਹੜਾ ਸੱਚੀ ਮੁੱਚੀ ਆਪਣੇ ਜੀਵਨ ਨੂੰ ਸਮਝ ਕੇ ਔਰ ਜਿਸ ਲਈ ਜੀਵਨ ਮਿਲਿਆ ਉਸ ਵਾਸਤੇ ਜਿਉਣਾ ਚਾਹੁੰਦਾ ਹੈ, ਉਸਨੂੰ ਗੁਰਬਾਣੀ ਇਹ ਸਮਝਾਉਂਦੀ ਹੈ ਕਿ ਜਦੋਂ ਤੂੰ ਗੁਰੂ ਚਰਨਾਂ 'ਚ ਆਵੇਂ, ਕਿਤੇ ਵੀ ਬੈਠ ਕੇ ਰੱਬ ਦੇ ਚਰਨਾਂ 'ਚ ਪ੍ਰਾਰਥਨਾ ਕਰੇ, ਅਰਦਾਸ ਕਰੇ, ਬੇਨਤੀ ਕਰੇ, ਅਤੇ ਤੇਰੀ ਬੇਨਤੀ ਇਹ ਹੋਣੀ ਚਾਹੀਦੀ ਹੈ, ਸੱਚੇ ਪਾਤਸ਼ਾਹ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਸੰਤੋਖ ਦੀ ਦਾਤ ਮੰਗਿਆ ਕਰ। ਭਾਵੇਂ ਘਰ ਵਿੱਚ ਬੈਠ ਕੇ ਨਾਮ ਜਪ ਰਹੇ ਹਾਂ, ਗੁਰਦੁਆਰੇ ਵਿੱਚ ਜਪ ਰਹੇ ਹਾਂ, ਸਫ਼ਰ ਕਰਦਾ ਜਪ ਰਹੇ ਹਾਂ, ਸੰਸਾਰ ਦੇ ਰੂਪ ਰੰਗ ਦੇ ਵਿੱਚ ਗਵਾਚਿਆ ਹੋਇਆ, ਪਰ ਤੇਰੀ ਅਰਦਾਸ ਇਹ ਹੋਣੀ ਚਾਹੀਦੀ ਕਿ ਮੈਂ ਸੰਤੋਖ ਮੰਗਾਂ ਗੁਰੂ ਕੋਲੋਂ। ਕਿਉਂਕਿ ਸੰਤੋਖ ਜੇ ਪ੍ਰਾਪਤ ਹੋ ਗਿਆ ਤਾਂ ਸਾਡੀ ਰਸਨਾ ਵੀ ਰੱਜ ਜਾਏਗੀ, ਸਾਡਾ ਮਨ ਵੀ ਰੱਜ ਜਾਏਗਾ। ਜੇ ਸੰਤੋਖ ਨਹੀਂ ਹੈ, ਨਾ ਮਨ ਰੱਜੇਗਾ, ਨਾ ਸਾਡੀ ਰਸਨਾ ਰੱਜੇਗੀ,
ਸਾਡਾ ਜੀਵਨ ਦਾ ਕੋਈ ਵੀ ਇੰਦਰਾ ਨਹੀਂ ਰੱਜੇਗਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸਮਝਾਇਆ ਹੈ ਕਿ ਜੀਵ ਕੀ ਸਾਡਾ ਕੋਈ ਵੀ ਇੰਦਰਾ ਹੈ। ਜਿਵੇਂ ਅੱਖ, ਸਾਨੂੰ ਮਹਾਰਾਜ ਨੇ ਅੱਖਾਂ ਦਿੱਤੀਆਂ ਨੇ, ਸਾਡੇ ਕੋਲ 2 ਅੱਖਾਂ ਹਨ, ਸਾਡੇ ਕੋਲ ਜੀਭ ਹੈ, ਸਾਡੇ ਕੋਲ ਨੱਕ ਹੈ, ਸਾਡੇ ਕੋਲ ਕੰਨ ਹੈ। ਇਹ ਆਪਣੇ ਆਪਣੇ ਵਿਸ਼ਿਆਂ ਨੂੰ ਜਿਵੇਂ ਜਿਵੇਂ ਭੋਗਦੇ ਹਨ, ਤਿਵੇਂ ਤਿਵੇਂ ਇਹਨਾਂ ਵਿੱਚ ਤ੍ਰਿਪਤੀ ਜਾਂ ਰਜੇਵਾਂ ਪੈਦਾ ਹੋਣ ਦੀ ਥਾਂ 'ਤੇ ਹੋਰ ਤ੍ਰਿਸ਼ਨਾ ਵੱਜ ਜਾਂਦੀ। ਅੱਖਾਂ ਦੀ ਤ੍ਰਿਸ਼ਨਾ ਹੈ ਹੋਰ ਰੂਪ ਦੇਖਣਾ। ਜਿਤਨੀ ਜ਼ਿਆਦਾ ਇਹ ਰੂਪ ਉਹਨੂੰ ਦੇਖਣਗੀਆਂ, ਉਤਨਾ ਹੋਰ ਇਹ ਅੱਖਾਂ ਅਸੰਤੁਸ਼ਟੀ ਹੋਏਗੀ, ਸੰਤੁਸ਼ਟੀ ਨਹੀਂ, ਤ੍ਰਿਪਤੀ ਨਹੀਂ। ਕੰਨ ਜਿਤਨੇ ਨਿੰਦਾ ਸੁਣਨਗੇ, ਹੋਰ ਚਾਹਤ ਵਧੇਗੀ ਵੀ ਹੋਰ ਸੁਣਾ। ਇਹ ਨੱਕ ਜਿਹੜਾ ਦਿੱਤਾ, ਜਿਤਨਾ ਇਹ ਸੰਸਾਰ ਦੀਆਂ ਵਸਤੂਆਂ ਨੂੰ ਇਹ ਸੁੰਘੇਗਾ, ਇਹਦੇ ਅੰਦਰ ਹੋਰ ਖਿਆਲ ਆਏਗਾ, ਹੋਰ ਵੱਖ ਵੱਖ ਸੁਗੰਧੀਆਂ ਮੈਂ ਮਾਣਾ। ਇਹ ਸਾਡਾ ਭੁਲੇਖਾ ਹੋ ਸਕਦਾ ਵੀ ਸ਼ਾਇਦ ਇੱਕ ਦਿਨ ਆਏਗਾ ਜਦੋਂ ਮੈਂ ਸਭ ਕੁਝ ਭੋਗ ਲਾਂਗਾ, ਰੱਜ ਜਾਏਗਾ। ਨਹੀਂ, ਫਿਰ ਇਹ ਹੋਏਗਾ ਕਿ ਤੇਰਾ ਸਰੀਰ ਜਿਹੜਾ ਇਸ ਤਰ੍ਹਾਂ ਦਾ ਬਣ ਜਾਏਗਾ ਕਿ ਤੈਨੂੰ ਡਾਕਟਰ ਸਾਰੀਆਂ ਚੀਜ਼ਾਂ ਤੋਂ ਜਵਾਬ ਦੇ ਦੇਗਾ, ਤੂੰ ਹੁਣ ਕੁਛ ਨਹੀਂ ਖਾ ਸਕਦਾ। ਪਰ ਮਨ ਤਾਂ ਫਿਰ ਉੱਥੇ ਖਲੋਤਾ ਹੋਇਆ, ਮਨ ਤਾਂ ਉੱਥੇ ਖਲੋਤਾ ਹੋਇਆ। ਬੰਦੇ ਨੂੰ ਸਾਹਮਣੇ ਕੋਈ ਵਸਤੂ ਪਈ ਹੈ, ਡਾਕਟਰ ਨੇ ਮਨਾ ਕੀਤੀ ਹੈ, ਮਨ ਤਾਂ ਅੰਦਰੋਂ ਕਰਦਾ। ਅਤੇ ਮੈਂ ਤਾਂ ਕਈ ਵਾਰੀ ਜਦੋਂ ਸਮਾਜ ਵਿੱਚ, ਲੋਕਾਂ ਵਿੱਚ ਵਿਚਰਦੇ ਹਾਂ, ਆਪਾਂ ਪਰਿਵਾਰਾਂ ਵਿੱਚ ਰਹਿੰਦੇ ਹਾਂ, ਕੋਈ ਬਿਮਾਰੀ ਲੱਗ ਗਈ ਅਤੇ ਕਿਸੇ ਚੀਜ਼ ਨੂੰ ਡਾਕਟਰ ਨੇ ਮਨਾ ਕੀਤਾ, ਬੰਦਾ ਉਸ ਚੀਜ਼ ਨੂੰ ਚੋਰੀ ਚੋਰੀ ਭੋਗਦਾ ਵੀ ਘਰਦਿਆਂ ਨੂੰ ਨਾ ਪਤਾ ਲੱਗੇ, ਪਰਿਵਾਰ ਨੂੰ ਨਾ ਪਤਾ ਚੱਲੇ। ਕਿਤੇ ਮੌਕਾ ਮਿਲਣਾ ਚਾਹੀਦਾ ਵੀ ਕੋਈ ਦੇਖ ਨਾ ਰਿਹਾ ਹੋਵੇ ਘਰ ਦਾ, ਅਤੇ ਭੋਗ ਲਵਾਂ, ਕਿਉਂਕਿ ਘਰਦਿਆਂ ਨੂੰ ਪਤਾ ਵੀ ਇਹ ਚੀਜ਼ ਨਹੀਂ ਖਾਣੀ। ਇੱਕ ਵਾਰੀ ਮੈਂ ਇੱਕ ਬੰਦੇ ਨੂੰ ਵੇਖ ਰਿਹਾ, ਉਹ ਸ਼ੂਗਰ ਦਾ ਮਰੀਜ਼ ਸੀ, ਉਹਨੂੰ ਚੌਲ ਖਾਣ ਨੂੰ ਬਿਲਕੁਲ ਡਾਕਟਰ ਨੇ ਮਨਾ ਕੀਤਾ ਸੀ। ਅਤੇ ਮੈਂ ਇੱਕ ਦਿਨ ਗਿਆ, ਮੈਂ ਉਹ ਜਾ ਕੇ ਉਹਨੂੰ ਵੇਖਿਆ ਵੀ ਤੂੰ ਇਹ ਕੀ ਕਰਨਾ। ਕਹਿੰਦਾ ਦੱਸਿਓ ਨਾ ਘਰ ਮੇਰੇ। ਇੱਕ ਵਾਰੀ ਉਚਾਰਨ ਕਰੋ ਸਤਿਨਾਮ। ਬੜਾ ਮਨ ਕਰ ਰਿਹਾ ਸੀ, ਬੜੇ ਦਿਨ ਤੋਂ ਪਰੇਸ਼ਾਨ ਸੀ ਵੀ ਕਿਤੇ ਚੌਲ ਮਿਲਣਗੇ, ਕਿਸੇ ਵਿਆਹ ਸ਼ਾਦੀ ਕਿਤੇ ਜਾਵਾਂਗਾ ਅਤੇ ਚੋਰੀ ਨਾਲ ਖਾ ਲਾਂਗਾ। ਇਹ ਕੀ ਹੈ? ਅੰਦਰ ਦੀ ਭੁੱਖ। ਬਿਮਾਰੀ ਲੱਗ ਗਈ ਹੈ ਖਾ ਖਾ ਕੇ, ਪਰ ਅੰਦਰ ਦੀ ਭੁੱਖ ਸਤਾ ਰਹੀ ਹੈ ਬੰਦੇ ਨੂੰ ਅਤੇ ਪਰੇਸ਼ਾਨ ਕਰ ਦਿੱਤਾ। ਮੌਕਾ ਲੱਭ ਰਿਹਾ, ਕਈ ਮਹੀਨੇ ਤੋਂ ਕਹਿੰਦੇ ਮੌਕਾ ਲੱਭ ਰਿਹਾ ਸੀ, ਅੱਜ ਮਿਲ ਗਿਆ। ਅਤੇ ਇਹ ਤੁਸਾਂ ਦੇਖਿਆ, ਹੋਰ ਕਿਸੇ ਨੇ ਦੇਖਿਆ ਨਹੀਂ। ਮੈਂ ਇਸ ਕਰਕੇ ਦਰਵਾਜ਼ਾ ਬੰਦ ਕਰਕੇ ਖਾ ਰਿਹਾ ਸੀ, ਲੁੱਕ ਕੇ ਇੱਕ ਥਾਂ 'ਤੇ ਬੈਠ ਕੇ। ਉਹ ਅਚਨਚੇਤ ਮੈਂ ਉਸ ਪਾਸੇ ਗਿਆ ਹੱਥ ਧੋਣ ਵਾਸਤੇ, ਦੇਖਿਓ ਬੰਦਾ ਲੁੱਕ ਕੇ ਚੋਰੀ ਨਾਲ ਖਾ ਰਿਹਾ ਵੀ ਕਿਤੇ ਕੋਈ ਰਿਸ਼ਤੇਦਾਰ ਨਾ ਵੇਖ ਲਵੇ, ਕਿ ਇਹਨੂੰ ਪਤਾ ਨਾ ਚੱਲ ਜਾਏ। ਸੋ ਇਹ ਜਿਤਨੇ ਵੀ ਪਦਾਰਥ ਅਸੀਂ ਭੋਗਦੇ ਹਾਂ, ਗੁਰੂ ਸਾਹਿਬ ਜੀ ਨੇ ਕਿਉਂ ਸਾਨੂੰ ਸਮਝਾਇਆ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚਲੇ ਵਿਕਾਰ। ਹੋਰ ਖਾਣਾ ਜਿਹੜਾ, ਹੋਰ ਦਾ ਅਰਥ ਹੈ ਜ਼ਰੂਰਤ ਤੋਂ ਵੱਧ ਖੁਸ਼ੀਆਂ ਨੂੰ ਖੁਆਰ ਕਰਦਾ। ਹੋਰ ਖਾਣੇ ਦਾ ਅਰਥ ਹੋਰ ਤਰ੍ਹਾਂ ਦਾ ਖਾਣਾ ਨਹੀਂ, ਹੋਰ ਦਾ ਅਰਥ ਜ਼ਰੂਰਤ ਤੋਂ ਵੱਧ, ਜਿਤਨੀ ਸਾਨੂੰ ਲੋੜ ਹੈ ਉਸ ਤੋਂ ਵੱਧ ਖਾਣਾ। ਜਿਵੇਂ ਅਸੀਂ ਵਿਆਹ ਪਾਰਟੀਆਂ ਜਾਂਦੇ ਨਾ, ਅਤੇ ਲੋੜ ਤਾਂ 1-2 ਪ੍ਰਸਾਦੇ ਦੀ ਸਾਰਿਆਂ ਦੀ ਹੁੰਦੀ, ਜ਼ਿਆਦਾ ਵੱਡੀ ਚੌੜੀ ਤੇ ਲੋੜ ਹੈ ਨਹੀਂ। ਪਰ ਅਸੀਂ ਕਹਿੰਦੇ ਵੀ ਜਿਤਨੇ ਥਾਵਾਂ 'ਤੇ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਖਾਣੀਆਂ ਨੇ, ਅਤੇ ਉਹ ਸਾਡੇ ਸਰੀਰ ਦੀ ਲੋੜ ਨਹੀਂ ਸੀ। ਉਸਨੇ ਫਿਰ ਖੁਸ਼ੀਆਂ ਨੂੰ ਖੁਆਰ ਕੀਤਾ, ਰੋਗ ਪੈਦਾ ਹੋਏ ਜੀਵਨ ਦੇ ਵਿੱਚ। ਜਿੱਥੇ ਰੋਗ ਪੈਦਾ ਹੋਏ ਉੱਥੇ ਜੋ ਅੰਦਰ ਦੀ ਸੰਤੁਸ਼ਟੀ ਖਤਮ ਹੋ ਗਈ, ਤ੍ਰਿਸ਼ਨਾ ਲੱਗ ਗਈ ਹੋਰ ਹੋਰ ਭੋਗਣ ਦੀ। ਫਿਰ ਬੰਦਾ ਪਤਾ ਕੀ ਕਹਿਣ ਲੱਗ ਪੈਂਦਾ ਵੀ ਮਰਨਾ ਤਾਂ ਹੈ ਹੀ, ਕੋਈ ਨਹੀਂ, ਖਾ ਪੀ ਕੇ ਮਰੀਏ। ਉਹਨੂੰ ਕੋਈ ਪੁੱਛੇ ਭਲਿਆ ਮਰਨਾ ਤੇ ਮਰ ਜਾ, ਜੇ ਮਰਨਾ ਹੀ ਹੈ। ਇੱਕ ਵਾਰੀ ਮਸਕੀਨ ਸਾਹਿਬ ਜੀ ਦੇ ਨਾਲ ਕੋਈ ਬੰਦਾ ਸੀ, ਅਤੇ ਉਹ ਕਹਿਣ ਲੱਗਾ, ਅਸੀਂ ਕਹਿੰਦੇ ਕਿ ਭੋਗ ਲਈਦਾ, ਸਭ ਕੁਝ ਛਕ ਲਈਦਾ, ਮਰਨਾ ਤਾਂ ਹੈ ਹੀ ਹੈ। ਫਿਰ ਕਹਿੰਦੇ ਜੇ ਮਰਨਾ ਫਿਰ ਛੇਤੀ ਕਰ, ਕਹਿੰਦੇ ਫਿਰ ਜਲਦੀ ਕਰ, ਜੇ ਮਰਨਾ ਹੀ ਫਿਰ ਮਰ ਪਰੇ।
ਜੇ ਮਰਨਾ ਤਾਂ ਹੈ ਹੀ ਹੈ, ਪਰ ਜਦੋਂ ਤੱਕ ਮੌਤ ਆਣੀ ਹੈ ਉਸ ਤੋਂ ਪਹਿਲਾਂ ਜ਼ਿੰਦਗੀ ਨੂੰ ਸਹੀ ਢੰਗ ਨਾਲ ਜੀਵੀਏ, ਆਪਣੇ ਆਪ ਦੇ ਉੱਤੇ ਕੰਟਰੋਲ ਕਰੀਏ, ਆਪਣੇ ਜੀਵਨ ਦੀ ਹਰ ਇੱਕ ਚੀਜ਼ ਦੇ ਉੱਤੇ ਕਾਬੂ ਪਾਉਣਾ। ਗੁਰਮਤਿ ਦਾ ਸਿਧਾਂਤ ਇਹੀ ਹੈ ਪਿਆਰਿਓ, ਕਿ ਆਪਣੇ ਜੀਵਨ ਵਿੱਚ ਜੋ ਚੀਜ਼ਾਂ ਸਾਨੂੰ ਭਰਮਾ ਰਹੀਆਂ ਹਨ ਉਹਨਾਂ ਦੇ ਉੱਤੇ ਕਾਬੂ ਪਾਉਣਾ, ਇਹ ਸਾਨੂੰ ਗੁਰਮਤਿ ਸਿਖਾਉਂਦੀ ਹੈ। ਤੈਨੂੰ ਭੋਜਨ ਭਰਮਾਏਗਾ ਪਰ ਤੂੰ ਕਾਬੂ 'ਚ ਰੱਖਣਾ ਆਪਣੇ ਆਪ ਨੂੰ। ਪਦਾਰਥ ਤੈਨੂੰ ਦੌੜਾਉਣਗੇ, ਬਈ ਹੋਰ ਛਕ ਲੈ ਹੋਰ, ਪਰ ਨਹੀਂ। ਰੂਪ ਰੰਗ ਤੈਨੂੰ ਦੌੜਾਏਗਾ ਪਰ ਨਹੀਂ। ਨਿੰਦਾ ਤੈਨੂੰ ਦੌੜਾਏਗੀ ਹੋਰ ਸੁਣਨ ਦੀ, ਤੂੰ ਛੱਡ ਦੇਣੀ ਹੈ। ਇਹ ਨੱਕ ਹੋਰ ਸੁੰਘਣ ਦੀ ਮੰਗ ਕਰੇਗੀ ਪਰ ਭਾਂਤ ਭਾਂਤ ਦੀ ਸੁਗੰਧੀਆਂ ਨੂੰ ਤਿਆਗ ਦੇ। ਗੁਰੂ ਪਿਤਾ ਜੀ ਨੇ ਬੜੀ ਕਿਰਪਾ ਕੀਤੀ। ਅੱਜ ਕਹਿਣ ਲੱਗੇ, ਦੇਖ ਉਸ ਪਰਮਾਤਮਾ ਨੇ ਤੈਨੂੰ ਇਹ ਇੰਦਰੇ ਦਿੱਤੇ ਹਨ, ਔਰ ਇਹ ਜਿਹੜੀ ਬਾਣੀ ਹੈ ਆਨੰਦ ਸਾਹਿਬ, ਇਸ ਬਾਣੀ ਵਿੱਚ ਸਾਡੇ ਸਾਰੇ ਹੀ ਇੰਦਰੀਆਂ ਦਾ ਜ਼ਿਕਰ ਕੀਤਾ ਗੁਰੂ ਸਾਹਿਬ ਜੀ ਨੇ। ਕਿਉਂ ਕੀਤਾ ਹੈ? ਉਸਦਾ ਕਾਰਨ ਹੀ ਇਹ ਹੈ ਕਿਉਂਕਿ ਅੱਜ ਮੈਨੂੰ ਕੋਈ ਸਵੇਰੇ ਇੱਕ ਸਵਾਲ ਕਰ ਰਿਹਾ ਸੀ ਵੀ ਤੁਸੀਂ ਗੱਲ ਆਖੀ ਵੀ ਰਸਨਾ 'ਤੇ ਕੰਟਰੋਲ ਕਰਨਾ ਚਾਹੀਦਾ ਹੈ। ਕਿਉਂਕਿ ਦੇਖੋ, ਜਿਤਨੇ ਰੋਗ ਨੇ, ਭਾਵੇਂ ਮਾਨਸਿਕ ਨੇ ਭਾਵੇਂ ਸਰੀਰਕ ਨੇ, ਉਹ ਰਸਨਾ ਦੇ ਭੋਗਣ ਨਾਲ ਹੀ ਆਉਂਦੇ ਸਾਰੇ। ਜਿਤਨੀ ਚਿੰਤਾਵਾਂ ਨੇ ਰਸਨਾ ਦੇ ਬੋਲਣ ਨਾਲ ਹੀ ਹੁੰਦੀਆਂ ਨੇ। ਐਵੇਂ ਸਿਆਣਿਆਂ ਦੇ ਅਖਿਆਨ ਥੋੜ੍ਹੀ ਸੀ ਹਜ਼ਾਰਾਂ ਸਾਲਾਂ 'ਤੇ ਬਣੇ ਨੇ, ਇੱਕ ਚੁੱਪ 100 ਸੁੱਖ। ਕੋਈ ਤਾਂ ਗੱਲ ਹੋਏਗੀ ਉਸ ਦੇ ਵਿੱਚ। ਸਾਡੇ ਸਮਾਜ ਵਿੱਚ ਇਹ ਗੱਲ ਅਕਸਰ ਬੰਦਾ ਕਹਿੰਦਾ, ਇੱਕ ਚੁੱਪ 100 ਸੁੱਖ। ਕੀ ਚੀਜ਼ ਹੈ? ਕਿਉਂਕਿ ਰਸਨਾ ਤੋਂ ਤੁਸੀਂ ਕੋਈ ਵਾਕ ਕੱਢਿਆ ਨਹੀਂ, ਅਗਲੇ ਨੇ ਆਪਣੇ ਤਰੀਕੇ ਨਾਲ ਉਸ ਦਾ ਅਰਥ ਕੱਢਣਾ। ਤੁਹਾਡਾ ਪੁੱਤਰ ਹੋਵੇ, ਧੀ ਹੋਵੇ, ਨੂੰਹ ਹੋਵੇ, ਵੱਡੇ ਹੋਣ ਛੋਟੇ ਹੋਣ, ਰਿਸ਼ਤੇਦਾਰ ਹੋਣ, ਤੁਹਾਡੇ ਇੱਕ ਇੱਕ ਵਾਕ ਦਾ ਅਗਲਾ ਨੇ ਅਰਥ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਕੱਢਣਾ। ਤੁਹਾਡਾ ਵਾਕ ਹੋ ਸਕਦਾ ਬਿਲਕੁਲ ਸਹੀ ਹੋਵੇ, ਤੁਸੀਂ ਆਪਣੇ ਵੱਲੋਂ ਠੀਕ ਕਹਿ ਰਹੇ ਹੋ, ਪਰ ਉਹਨਾਂ ਦੇ ਅਰਥ ਕੱਢਣ ਦਾ ਤਰੀਕਾ ਵੱਖਰਾ ਹੋਏਗਾ। ਕਿਸੇ ਨੂੰ ਉਹ ਵਾਕ ਚੁੱਭ ਗਿਆ ਅਤੇ ਉਸਨੇ ਗਲਤ ਅਰਥ ਕੱਢ ਲਏ, ਗਲਤ ਅਰਥ ਕੱਢ ਲਏ ਅਤੇ ਘਰ ਦੇ ਵਿੱਚ ਲੜਾਈ ਹੋਈ, ਬੇਚੈਨੀ ਪੈਦਾ ਹੋ ਗਈ। ਦੇਖੋ, ਗੁਰੂ ਸਾਹਿਬ ਨੇ ਬੜੀ ਗੱਲਾਂ ਐਸੀ ਸਾਨੂੰ ਦੱਸੀਆਂ ਜੋ ਬੜੀ ਹੀ ਜੀਵਨ 'ਚ ਕਮਾਉਣ ਵਾਲੀਆਂ ਨੇ। ਮੰਦਾ ਕਿਸੇ ਨਾ ਆਖ ਝਗੜਾ ਪਾਵਣਾ। ਮਹਾਰਾਜ ਕਹਿੰਦੇ ਕਿਸੇ ਨੂੰ ਮੰਦਾ ਬਚਨ ਨਾ ਆਖ, ਝਗੜਾ ਪੈ ਜਾਣਾ। ਫਿਰ ਮਹਾਰਾਜ ਕਹਿੰਦੇ ਮੰਦਾ ਮੂਲ ਨਾ ਕੀਤੀ। ਮੰਦਾ ਆਖਣਾ ਵੀ ਨਹੀਂ, ਮੰਦਾ ਕਰਨਾ ਵੀ ਨਹੀਂ। ਕਿਉਂਕਿ ਅੱਜ ਕੋਈ ਕੰਮ ਮੰਦਾ ਕਰਾਂਗੇ, ਕੱਲ੍ਹ ਨੂੰ ਉਸ ਮੰਦੇ ਕੰਮ ਨੇ ਸਾਨੂੰ ਪਛਤਾਵੇ ਵਿੱਚ ਪਾ ਦੇਣਾ ਹੈ, ਸਾਡੀ ਧੌਣ ਝੁਕਾ ਦੇਣੀ ਹੈ, ਸਾਡੀ ਨਜ਼ਰਾਂ ਨਹੀਂ ਮਿਲਣਗੀਆਂ ਸਮਾਜ ਦੇ ਸਾਹਮਣੇ, ਪਰਿਵਾਰ ਦੇ ਸਾਹਮਣੇ। ਇਸ ਕਰਕੇ ਗੁਰਦੇਵ ਪਿਤਾ ਨੇ ਸਾਨੂੰ ਇਹਨਾਂ ਇੰਦਰੀਆਂ ਨੂੰ ਕਿਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਕੰਟਰੋਲ ਕਰਨਾ ਹੈ, ਅੱਜ ਇਹ ਸਮਝਾ ਰਹੇ ਹਨ। ਜਿਵੇਂ ਕਈ ਅਗਿਆਨੀ ਵਧੇਰੇ ਉਤੇਜਨਾ ਪੈਦਾ ਹੁੰਦੀ ਹੈ, ਇਹ ਇਵੇਂ ਹੀ ਹੈ ਜਿਵੇਂ ਕੋਈ ਅਗਿਆਨੀ ਪੁਰਸ਼ ਅਗਨੀ ਨੂੰ ਤ੍ਰਵਤ ਅਥਵਾ ਸ਼ਾਂਤ ਕਰਨ ਵਾਸਤੇ ਅੱਗ ਦਾ ਸਹਾਰਾ ਲਵੇ। ਜੇ ਆਪਣੇ ਇੰਦਰੀਆਂ ਨੂੰ ਤ੍ਰਵਤ ਕਰਨ ਵਾਸਤੇ ਅਸੀਂ ਵਿਸ਼ਿਆਂ ਦਾ ਸਹਾਰਾ ਲਵਾਂਗੇ ਨਾ, ਤੇ ਇਹ ਕਦੀ ਤ੍ਰਵਤ ਨਹੀਂ ਹੋਣਗੇ। ਇਸ ਕਰਕੇ ਵਿਚਾਰਵਾਨ ਜਿਹੜੇ ਲੋਕ ਨੇ ਉਹ ਹਮੇਸ਼ਾ ਇੱਕ ਗੱਲ ਕਹਿੰਦੇ ਨੇ ਕਿ ਸਾਨੂੰ ਆਪਣੇ ਜੀਵਨ ਦੇ ਅੰਦਰ ਇਹਨਾਂ ਪੰਜੇ ਦੇ ਪੰਜੇ ਜਿਹੜੇ ਇੰਦਰੇ ਨੇ, ਜਿਹੜੇ ਗਿਆਨ ਇੰਦਰੇ ਨੇ, ਪਹਿਲਾਂ ਤਾਂ ਇਹਨਾਂ ਦਾ ਧਾਤ ਸਮਝਣੀ ਚਾਹੀਦੀ ਹੈ। ਕਿਉਂਕਿ ਪੰਜ ਇੰਦਰੇ ਨੇ ਅਤੇ ਪੰਜ ਤਰ੍ਹਾਂ ਦੇ ਇਹਨਾਂ ਦੇ ਵਿਸ਼ੇ ਨੇ, ਵਿਕਾਰ ਨੇ। ਸਾਨੂੰ ਪੰਜ ਤੱਤ ਤਾਂ ਪਤਾ ਨੇ, ਪੰਜ ਸਾਡੇ ਇੰਦਰੇ ਵੀ ਸਾਰਿਆਂ ਨੂੰ ਪਤਾ ਨੇ, ਪਰ ਪੰਜ ਇਹਨਾਂ ਦੇ ਵਿਸ਼ੇ ਕੀ ਨੇ। ਜਿਵੇਂ ਅਸੀਂ ਦੇਖਦੇ ਹਾਂ ਅੱਖਾਂ ਦਾ ਵਿਸ਼ਾ ਕੀ ਹੈ? ਰੂਪ। ਇਹਨੂੰ ਮਹਾਰਾਜ ਨੇ ਧਾਤ ਕਿਹਾ, ਜਿਹਨੂੰ ਮਹਾਰਾਜ ਨੇ ਆਖਿਆ ਕਿ ਉਸ ਪਰਮਾਤਮਾ ਨੇ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ। ਧਾਤੂ ਦਾ ਅਰਥ ਹੈ ਕਿ ਉਸ ਗਿਆਨ ਇੰਦਰੇ ਦਾ ਵਿਸ਼ਾ। ਸੋ ਸਾਡਾ ਅੱਖਾਂ ਦਾ ਵਿਸ਼ਾ ਇੱਕੋ ਹੀ ਹੈ, ਉਹ ਰੂਪ ਹੈ।
साढ़े कन्नां दा विसा है शब्द। जीव का जिहड़ा चस्का रस या धात है वह है रस, नक का गंध ते त्वचा का स्पर्श। ये 5 चीज़ां साडे नाल काम करदियां, साडी सुरत तक, साडे मन तक, साडे अंदर नूं प्रभावित करदियां। इस करके गुरु साहब ने इन्हां 5 विकार क्यों बदते हैं, इन्हां 5 करके बदते हैं, काम, क्रोध, लोभ, मोह, अहंकार। जदों एक बच्चा पैदा हुंदा है उहदे विच 5 विकार कंट्रोल च हुंदे ने। जिमें जिमें वो संसार दे विच रहिंदा होया संगत करदा है, जिद्दां दी सोसाइटी विच पैंदा है, जिद्दां दे लोकां च विचरदा है, भावें वो परिवार के रूप विच होण, सकूल के रूप विच होण, साथियां दे रूप दे विच, संगत के रूप दे विच, रिश्तेदारां दे रूप विच, जिस तरह की वो संगत करदा है उस तरह के उसके जीवन के उत्ते हाव भाव प्रगट होने शुरू हो जाते हैं। इस करके गुरबाणी मनुख नूं संगत का पुतला कहती है। की कहती है जी? मनुख संगत का पुतला है। जिस तरह की संगत बनेगी ये उस तरह का ही हो जाएगा। इनू चंगे बंदियां की संगत मिल गई ये चंगा हो जाता है, माड़े बंदियां की संगत बन गई मिल गई ये माड़ा हो जाता है। शरीर का कोई कसूर नहीं, शरीर तो वही है। वही सज्जन ठग सी, संगत माड़ी मिली हुई सी, ठगियां मारदा सी। गुरु नानक की संगत मिल गई, परोपकारी बन गया। भूमियां चोर सी, संगत गलत सी, चोरियां करदा सी, गुरु की संगत मिल गई, हुण परोपकार करन लग पिया। कलयुगी पांडा सी, वो भी लोगों को भरमां विच पांदा सी, कर्म कांडी सी, गुरु की संगत मिल गई, हुण लोगों को कर्म कांडा चों कढ़न लग पिया। शरीर तो वही है, शरीर तो कोई चेंज नहीं होया। तुसीं कहो भी गुरु नानक पातशाह ने कुछ दा शरीर चेंज किया होवे, अखां होर पा दित्तियां होण, कन्न होर ला दित्ते होण, ऐसा तो नहीं ना। की चेंज किया है? उसदे जीवन दे विचार चेंज कर दिते। गुरु की करदा है? साडे विचार चेंज करदा है। साडा आचार भी चेंज हो जाता है, विचार चेंज होने दे नाल, ते साडा प्यार भी बदल जाता है। फिर मोह प्यार भी तब्दील हो जाता, फिर सारिਆਂ नाल प्यार हो जाता है, फिर मोह नहीं रहिंदा, फिर संसार के विषय नहीं रहिंदे, फिर सारे प्यारे लगन लग पैंदे हन कि मेरे वाहिगुरु दे बंदे हन। जिवें भगत कबीर साहब जी ने आख्या, अवल अल्लाह नूर उपाया, कुदरत के सब बंदे, एक नूर ते सब जग उपजया, कौन भले को मंदे। भी ये सारे कुदरत के बंदे हैं। इस करके गुरु साहब जी ने सानू ये समझाया कि परवाने विच रूप की प्रबलता है। जिहड़ा परवाना हुंदा है ना, उहदे विच रूप की प्रबलता है, अखां दा विसा है। ये रोशनी की रूपक खिच विच चमक के सड़ जाता है। तुसीं कदी वेखना, एक जिहड़ा भंवट हुंदा है, जदों लाइट जगदी है शाम नूं, वो दौड़ के जाता है, क्योंकि पहले टाइम दे विच दीवा जगदा सी। मरदा वो दीवे ते जाके भी है और मरदा वो बल्ब दे उत्ते भी जाके है। शहरां विच ते ये गल्लां लोग देखते नहीं, पुरातन समय विच उदाहरणां भी यही दित्तियां जांदियां सन। एक जदों शाम नूं दीवा जगदा सी ते जिहड़ा भंवट हुंदा सी ना, वो दौड़ के आंदा सी, क्योंकि उसका प्यार कित्थे है? उस रोशनी नाल, दीवे दी लाट नाल। वो लाट ते दौड़ के पैंदा सी, वो लाट उन्होंने साड़ के सुआ कर दिंदी सी, क्योंकि उसका वेखण का सब्जैक्ट वेखदा सी, उस रूप वाल खिंचिया जाता सी और बस उस वेले ही अपने आप को साड़ लैंदा सी। जिमें भोरे अल विच नक का विसा है, वो सुगंधी का विसा है। भवरे नूं कदी वेखोगे, उस सुगंधी दी जदों जिमें कमल का फुल खिड़ेगा, भवरा सुगंधी का खिंचिया होया भवरे विच जाके बह जाता है, उसकी मकरंद का रस लैंदा है। सवेरे तो शाम हो जाती है, इतना को मगन हो जाता है। शाम नूं सूरज छिपदा है, कमल का फुल बंद हो जाता है, भवरा विच ही बंद हो जाता है, उसनूं सुआस नहीं मिलता, साह नहीं मिलता, मौत हो जाती है। क्योंकि एक कमल वल खिंच के और अपने आप की जान त्याग दिंदा है। हाथी विच त्वचा का विसा है, स्पर्श का कामना प्रधान उसदे विच, इस कारण वो फड़िया जाता है ते कैद भोगदा है। इस तरह हिरन विच कन्नां दा विसा, शब्द की अदकता है। ये खंडे हेड़े की आवाज़ उत्ते मस्त हो जाता है, अपने आप को गिरफ्तार करवा लैंदा है। जिहड़े शिकारी शिकार करन वाले ने हिरन का, वो फड़ लैंदे ने। इस तरह मच्छी जिहड़ा है वो जीव का स्वाद कारण फड़ी जाती है। मच्छी नूं वैसे कोई फड़ नहीं सकता, इतनी चंचल हुंदी मच्छी।
ਇੱਦਾਂ ਫੜੀ ਨਹੀਂ ਜਾ ਸਕਦੀ ਮੱਛੀ, ਬੜੀ ਚੰਚਲ ਹੈ। ਪਰ ਉਹਦੇ ਅੰਦਰ ਇੱਕ ਜਵਾਨ ਦਾ ਜੀਵ ਦਾ ਰਸ ਹੈ। ਜਿਹੜਾ ਸ਼ਿਕਾਰੀ ਕੀ ਕਰਦਾ, ਇੱਕ ਲੋਹੇ ਦੀ ਕਿੱਲ ਦੇ ਉੱਤੇ ਮਾਸ ਦਾ ਲੋਥੜਾ ਲਾ ਕੇ ਉਹ ਪਾਣੀ ਵਿੱਚ ਵਗਾ ਕੇ ਮਾਰਦਾ। ਉਹ ਆਉਂਦੀ ਹੈ ਦੌੜ ਕੇ ਮਾਸ ਦੇ ਇਸ ਲੋਥੜੇ ਨੂੰ ਖਾਣ ਵਾਸਤੇ। ਉਹ ਤਿੱਖੀ ਹੁੰਦੀ ਹੈ, ਜਿਹੜੀ ਕਿੱਲ ਸਿੱਟੀ ਸੀ, ਅਤੇ ਉਹ ਕਿੱਲ ਉਸਦੇ ਮੁਖ ਵਿੱਚ ਅੰਦਰ ਚਲੀ ਜਾਂਦੀ ਹੈ, ਔਰ ਉਹ ਉਸ ਤੋਂ ਫਿਰ ਬਚ ਨਹੀਂ ਪਾਉਂਦੀ। ਉਹ ਫਿਰ ਉਹਨੂੰ ਆਪਣਾ ਆਪ ਪੂਰੀ ਆਪਣੇ ਆਪ ਦੀ ਕੁਰਬਾਨੀ ਕਰਨੀ ਪੈਂਦੀ ਹੈ। ਉਹ ਫਿਰ ਜਾ ਕੇ ਤੇਲ ਵਿੱਚ ਤਲੀ ਜਾਂਦੀ ਹੈ। ਸਤਿਗੁਰੂ ਕਹਿੰਦੇ ਬਿਲਕੁਲ ਇਸ ਤਰ੍ਹਾਂ ਹੀ ਮਨੁੱਖ ਵੀ ਜਵਾਨ ਦੇ ਰਸ, ਆਪਣੇ ਸਰੀਰ ਦੇ ਇੰਦਰੀਆਂ ਦੇ ਰਸ ਵਿੱਚ ਮਗਨ ਹੋ ਕੇ ਪੂਰੀ ਜ਼ਿੰਦਗੀ ਦੀ ਕੈਦ ਭੋਗਦਾ ਹੈ, ਦੁਖੀ ਹੁੰਦਾ ਹੈ, ਬੇਅੰਤ ਦੁੱਖਾਂ ਨਾਲ ਮਨੁੱਖ ਘਿਰਿਆ ਹੋਇਆ ਹੈ। ਇਸ ਕਰਕੇ ਜੋ ਸੰਸਾਰ ਨੂੰ ਵੇਖੋਗੇ, ਮਨੁੱਖ ਸਭ ਤੋਂ ਜ਼ਿਆਦਾ ਇਸ ਧਰਤੀ 'ਤੇ ਜਿਤਨੇ ਜੀਵ ਨੇ, ਸਭ ਤੋਂ ਜ਼ਿਆਦਾ ਕੋਈ ਦੁਖੀ ਹੈ ਤੇ ਉਹ ਮਨੁੱਖ ਹੈ। ਉਸ ਤੋਂ ਦੁਖੀ ਹੋਰ ਕੋਈ ਜੀਵ ਨਹੀਂ। ਕੋਈ ਪਸ਼ੂ ਦੁਖੀ ਨਹੀਂ ਨਜ਼ਰ ਆਏਗਾ ਇਤਨਾ, ਕੋਈ ਪੰਛੀ ਨਜ਼ਰ ਨਹੀਂ ਆਏਗਾ, ਕੋਈ ਰੁੱਖ ਦੁਖੀ ਨਹੀਂ ਆਏਗਾ। ਸਭ ਤੋਂ ਜ਼ਿਆਦਾ ਦੁਖੀ ਜੇ ਕਾਇਨਾਤ ਵਿੱਚ ਹੈ, ਉਹ ਹੈ ਮਨੁੱਖ। ਤੇ ਦੁੱਖ ਦਾ ਕਾਰਨ ਕੀ ਹੈ? ਇਹੀ ਕਾਰਨ ਹੈ ਕਿ ਮਨੁੱਖ ਇਹ ਸਾਰੀਆਂ ਵਾਸਨਾਵਾਂ ਦਾ ਪਿੱਛਾ ਕਰਦਾ। ਇਹ ਵਾਸਨਾਵਾਂ ਇਸ ਨੂੰ ਫਸਾ ਲੈਂਦੀਆਂ ਨੇ। ਇਸ ਕਰਕੇ ਇਹ ਇਸ ਤਰ੍ਹਾਂ ਫਸ ਜਾਂਦਾ ਇਹਨਾਂ ਵਿੱਚ ਕਿ ਇਸ ਨੂੰ ਸ਼ੁਭ ਅਸ਼ੁਭ ਦੀ ਗੱਲ ਭੁੱਲੀ ਜਾਂਦੀ ਵੀ ਕੀ ਚੰਗਾ ਤੇ ਕੀ ਮਾੜਾ ਹੈ। ਪਿਆਰ ਵਾਲੇ, ਸੱਚ ਜਾਣਨਾ ਫਿਰ ਜਿਹੜੀ ਰਸਨਾ ਛਿਨ ਭੰਗਰ ਸਵਾਦ ਦੇ ਰਸਾਂ ਵਾਸਤੇ ਆਪਣੇ ਆਪ ਨੂੰ ਮਸਤ ਰੱਖਦੀ ਹੈ, ਮਿੱਥਿਆ ਤੇ ਸਾਗਤ ਗੀਤ ਗਾਉਂਦੀ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਐਸੀ ਰਸਨਾ ਦਾ ਤੂੰ ਕਰਨਾ ਵੀ ਕੀ ਹੈ। ਜੇ ਰਸਨਾ ਜਿਹੜੀ ਹੈ ਸੰਸਾਰ ਦੇ ਸਵਾਦਾਂ ਵਿੱਚ ਮਗਨ ਹੋਈ ਹੈ, ਕਿ ਸੰਸਾਰ ਦੇ ਜਿਤਨੇ ਰਸ ਭੋਗਾਂਗੇ ਸਰੀਰ ਬਿਮਾਰ ਹੋਏਗਾ। ਇਸ ਰਸਨਾ ਨਾਲ ਜਿਤਨਾ ਅਸੀਂ ਗਲਤ ਗੀਤ ਸੰਗੀਤ ਗਾਉਂਦੀ ਹੈ, ਸਾਗਤ ਗੀਤ ਗਾਉਂਦੀ ਹੈ, ਪਰਮਾਤਮਾ ਦੀ ਸਿਫਤ ਸਲਾਹ ਨਹੀਂ ਕਰਦੀ। ਜਾਣਨਾ ਸਾਗਤ ਗੀਤ ਗਾ ਕੇ ਸਾਡਾ ਮਨ ਬਿਮਾਰ ਹੋ ਜਾਂਦਾ ਹੈ। ਰਸਨਾ ਨਾਲ ਜਦੋਂ ਅਸੀਂ ਸੰਸਾਰ ਦੇ ਰਸ ਭੋਗਦੇ ਹਾਂ, ਸਰੀਰ ਬਿਮਾਰ ਹੁੰਦਾ। ਰਸਨਾ ਨਾਲ ਜਦੋਂ ਅਸੀਂ ਸਾਗਤ ਗੀਤ ਗਾਉਂਦੇ ਹਾਂ, ਸਾਡਾ ਮਨ ਬਿਮਾਰ ਹੁੰਦਾ। ਇਸ ਕਰਕੇ ਦੇਖਦੇ ਮਨੁੱਖ ਦਾ ਮਨ ਵੀ ਬਿਮਾਰ ਹੈ, ਮਨੁੱਖ ਦਾ ਤਨ ਵੀ ਬਿਮਾਰ ਹੈ। ਮਨੁੱਖ ਤਨ ਕਰਕੇ ਰੋਗੀ ਹੈ, ਮਨ ਕਰਕੇ ਸੋਗੀ ਹੈ, ਚਿੰਤਾਤੁਰ ਹੈ, ਸੋਗ ਦੇ ਵਿੱਚ ਡੁੱਬਿਆ ਰਹਿੰਦਾ, ਹਰ ਵੇਲੇ ਕਿਸੇ ਨਾ ਕਿਸੇ ਗਮ 'ਚ ਡੁੱਬਿਆ ਰਹਿੰਦਾ। ਇਸ ਕਰਕੇ ਗੁਰੂ ਸਾਹਿਬ ਜੀ ਅੱਜ ਸਾਨੂੰ ਇੱਕ ਗੱਲ ਸਮਝਾਉਣਾ ਚਾਹੁੰਦੇ ਨੇ ਵੀ ਸ਼ੁਰੂਆਤ ਕਰ ਆਪਣੇ ਜੀਵਨ ਦੀ ਇਸ ਰਸਨਾ ਨੂੰ ਅੰਧ ਰਸਾਂ ਤੋਂ ਵਰਜ। ਕਿਉਂਕਿ ਸਾਨੂੰ ਤੇ ਗੁਰੂ ਸਾਹਿਬ ਨੇ ਇੱਕ ਜ਼ਿੰਮੇਵਾਰੀ ਦਿੱਤੀ ਸੀ, ਜੇ ਰਸਨਾ ਨਾਮ ਨਾ ਜਪੇ, ਸਤਿਗੁਰੂ ਕਹਿੰਦੇ ਕੀ ਕਰਨਾ? ਤਿਲ ਤਿਲ ਕਰਕੇ ਟੋਟੇ ਟੋਟੇ ਕਰ ਦੇ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ। ਜੇ ਇਹ ਰਸਨਾ ਨਾਮ ਨਹੀਂ ਜਪਦੀ ਤੇ ਇਹਨੂੰ ਟੋਟੇ ਟੋਟੇ ਕਰ ਦੇ। ਰੇ ਜੇਵੇ ਕਰੋ ਸਤਖੰਡ। ਸਤ ਦਾ ਅਰਥ ਇੱਥੇ 100 ਟੁਕੜੇ ਕਰਨੇ ਆ। ਜਾਮ ਨਾ ਉਚਰੇ ਸ੍ਰੀ ਗੋਬਿੰਦ ਭਗਤ ਨਾਮਦੇਵ ਜੀ ਕਹਿੰਦੇ, ਜੇ ਤੂੰ ਨਾਮ ਨਹੀਂ ਉਚਾਰਦੀ ਨਾ, ਹੇ ਜੇਵਾ, ਮੈਂ ਤੇਰੇ ਬੇਅੰਤ ਟੋਟੇ ਕਰ ਦੇਵਾਂ। ਜੇ ਤੂੰ ਨਾਮ ਨਹੀਂ ਉਚਾਰਨ ਕਰਦੇ। ਮਿੱਥਿਆ ਰਸਨਾ ਭੋਜਨ ਅਨੁਸਵਾਦ। ਮਿੱਥਿਆ ਹੈ ਰਸਨਾ ਜੇ ਭੋਜਨ ਤੇ ਅਨੁਸਵਾਦਾਂ 'ਚ ਲੱਗੀ ਹੋਈ ਹੈ। ਹੁਣ ਗੁਰਬਾਣੀ ਵਾਰ-ਵਾਰ ਇਹ ਚੀਜ਼ ਸਾਨੂੰ ਸਮਝਾ ਰਹੀ ਹੈ ਕਿ ਤੇਰਾ ਜੀਵਨ ਇਹਨਾਂ ਚੀਜ਼ਾਂ ਵਿੱਚ ਮਸਤ ਹੋਇਆ ਹੋਇਆ। ਸਾਨੂੰ ਕਈ ਵਾਰੀ ਉਦਾਹਰਨਾਂ ਗੁਰੂ ਸਾਹਿਬ ਨੇ ਪੰਛੀਆਂ ਦੀ ਦਿੱਤੀਆਂ, ਸਮਝਾਇਆ ਸਾਨੂੰ। ਗੁਰਬਾਣੀ ਨੂੰ ਗਹਿਣ ਨਾਲ ਪੜ੍ਹ ਕੇ ਵੇਖੋ। ਕਾਲ ਬੂਤ ਕੀ ਹਸਤਨੀ, ਮਨ ਬੋਰਾ ਰੇ ਚਲਤ ਰਚਿਓ ਜਗਦੀਸ਼। ਕਾਮ ਸਵਾਏ ਗਜ ਵਸ ਪਰੈ, ਮਨ ਬੋਰਾ ਰੇ ਅੰਕਸ ਸਯੋ ਸੀਸ। ਇਹ ਪੂਰਾ ਸ਼ਬਦ ਪੜ੍ਹਨ ਵਾਲਾ ਔਰ ਸਮਝਣ ਵਾਲਾ ਹੈ ਕਿ ਕਿਸ ਤਰ੍ਹਾਂ ਅਸੀਂ ਹੋਰ ਸਵਾਦਾਂ ਵਿੱਚ ਲੱਗ ਜਾਂਦੇ ਹਾਂ ਅਤੇ ਮਨ ਜਿਹੜਾ ਉਸ ਪਾਸੇ ਲੱਗ ਜਾਂਦਾ ਅਤੇ ਜੀਵਨ ਜਿਹੜਾ ਉਸ ਮਸਤੀ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਇੱਕ ਬੰਧਨ ਵਿੱਚ ਬੰਨ੍ਹ ਲੈਂਦਾ ਹੈ। ਇੱਕ ਹੋਰ ਬੇਨਤੀ ਕਰਾਂ, ਬੰਧਨ ਜਿਤਨੇ ਵੀ ਨੇ ਸਾਰੇ ਦੁੱਖ ਨੇ, ਆਜ਼ਾਦੀ ਸੁੱਖ ਹੈ। ਬੰਧਨ ਜਿਤਨੇ ਵੀ ਨੇ ਸਾਰੇ ਦੁੱਖ ਨੇ, ਆਜ਼ਾਦੀ ਸੁੱਖ ਹੈ। ਪਰ ਆਜ਼ਾਦੀ ਪ੍ਰਾਪਤ ਕਰਨ ਵਾਸਤੇ ਸਾਨੂੰ ਜੀਵਨ ਵਿੱਚ ਇੱਕ ਕੰਮ ਕਰਨਾ ਪੈਂਦਾ ਹੈ। ਉਹ ਇੱਕ ਵਿਦਵਾਨ ਨੇ ਲਿਖਿਆ ਕਿ ਸ਼ਰਤ ਆਜ਼ਾਦੀ ਕੀ ਹੈ, ਆਜ਼ਾਦੀ की कुछ पाबंदियाँ, जो इनका पाबंद है असल में वो आज़ाद है।
ਆਜ਼ਾਦੀ ਲੈਣ ਵਾਸਤੇ ਕੁਝ ਪਾਬੰਦੀਆਂ ਵਿੱਚ, ਕੁਝ ਨੇਮ, ਕੁਝ ਮਰਿਆਦਾ ਵਿੱਚ ਆਪਣੇ ਆਪ ਨੂੰ ਰੱਖਣਾ ਪੈਂਦਾ। ਔਰ ਪਿਆਰ ਵਾਲਿਓ ਯਾਦ ਰੱਖਣਾ, ਜਿਹੜਾ ਮਨੁੱਖ ਪਾਬੰਦੀਆਂ ਦਾ ਪਾਬੰਦ ਹੈ, ਪਾਬੰਦੀਆਂ ਦਾ ਬੱਝਿਆ ਹੋਇਆ, ਉਹ ਆਜ਼ਾਦ ਹੈ। ਗੁਰਬਾਣੀ ਸਾਨੂੰ ਇੱਕ ਨੇਮ ਵਿੱਚ ਢਾਲਦੀ ਹੈ, ਕਿਸੇ ਪਾਬੰਦੀ ਵਿੱਚ ਰਹਿਣ ਦੀ ਪ੍ਰੇਰਨਾ ਕਰਦੀ ਵੀ ਕਿਸੇ ਪਾਬੰਦੀ ਵਿੱਚ ਰਹਿ। ਔਰ ਗੁਰਬਾਣੀ ਦੀ ਜਿਤਨੀ ਵੀ ਵਿਚਾਰ ਹੈ, ਇਹ ਅਸਲ ਵਿੱਚ ਪਾਬੰਦੀ ਹੈ ਸਾਡੇ ਜੀਵਨ ਨੂੰ ਸੋਹਣਾ ਬਣਾਉਣ ਵਾਸਤੇ, ਆਜ਼ਾਦ ਕਰਨ ਵਾਸਤੇ, ਸਾਡੇ ਜੀਵਨ ਦੇ ਹਰ ਇੱਕ ਤਰੀਕੇ ਤੋਂ ਮੁਕਤੀ ਹੋਣ ਵਾਸਤੇ। ਬਾਣੀ ਦਾ ਇੱਕ ਇੱਕ ਸ਼ਬਦ, ਇੱਕ ਇੱਕ ਲਫ਼ਜ਼ ਸਾਨੂੰ ਜੀਵਨ ਦੇ ਵਿੱਚੋਂ ਆਜ਼ਾਦੀ ਦਿਵਾਉਣ ਵਾਸਤੇ ਕੁਝ ਪਾਬੰਦੀਆਂ ਦੀ ਗੱਲ ਕਰਦਾ ਹੈ। ਕਿਤੇ ਗੁਰੂ ਸਾਹਿਬ ਜੀ ਅੰਮ੍ਰਿਤ ਛਕਣ ਦੀ ਗੱਲ ਕਰਦੇ ਨੇ, ਕਿਤੇ ਗੁਰੂ ਸਾਹਿਬ ਜੀ ਨਾਮ ਜਪਣ ਦੀ ਗੱਲ ਕਰਦੇ ਨੇ, ਕਿਤੇ ਪਰਉਪਕਾਰ ਕਰਨ ਦੀ ਗੱਲ ਕਰਦੇ ਨੇ, ਕਿਤੇ ਦਾਨ ਪੁੰਨ ਧਰਮ ਕਰਮ ਦੀ ਗੱਲ ਕਰਦੇ ਨੇ। ਇਹ ਸਾਰੀਆਂ ਚੀਜ਼ਾਂ ਆਜ਼ਾਦੀ ਲਈ ਨੇ, ਤਾਂ ਕਿ ਮੈਂ ਇਹਨਾਂ ਸੰਸਾਰ ਦੇ ਵਿੱਚ ਜੋ ਵੱਜਿਆ ਹੋਇਆ ਇਹਨਾਂ ਵਿੱਚੋਂ ਬਾਹਰ ਆ ਸਕਾਂ। ਜਿਹੜੀ ਮੇਰੀ ਦੌੜ ਹੈ, ਉਸ ਦੌੜ ਵਿੱਚੋਂ ਨਿਕਲ ਸਕਾਂ। ਕਿਉਂਕਿ ਹਰ ਇੱਕ ਪ੍ਰਵਿਰਤੀ ਜਿਹੜੀ ਹੈ ਨਾ, ਜਿਵੇਂ ਆਪਾਂ ਦਾਨ ਪੁੰਨ ਕਰਦੇ ਹਾਂ, ਧਰਮ ਕਰਮ ਕਰਦੇ ਹਾਂ, ਸੇਵਾ ਕਰਦੇ ਹਾਂ, ਇਹ ਸਾਰੀਆਂ ਚੀਜ਼ਾਂ ਮਨੁੱਖ ਦੇ ਜੀਵਨ ਵਿੱਚੋਂ ਅਰਪਣ ਕਰਨ ਦੀ ਗੱਲ ਕੁਝ ਸਿਖਾਉਂਦੇ। ਤੂੰ ਕੁਝ ਅਰਪਣ ਕਰ, ਅਤੇ ਅਰਪਣ ਕਿੱਦਾਂ ਕਰ, ਇਹ ਸਾਨੂੰ ਸਤਿਗੁਰੂ ਨੇ ਸਿਖਾਇਆ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਅਰਪਣ ਕਰਨ ਦਾ ਤਰੀਕਾ ਇਹ ਦੱਸਿਆ ਭਗਤ ਜੀ ਨੇ ਵੀ ਜਦੋਂ ਤੂੰ ਅਰਪਣ ਕਰੇ ਨਾ, ਇਹ ਆਖੀ ਵੀ ਮੇਰਾ ਇਸ ਦੇ ਵਿੱਚ ਕੁਛ ਹੈ ਨਹੀਂ ਹੈ, ਸਭ ਕੁਛ ਹੈ ਵਾਹਿਗੁਰੂ ਤੇਰਾ ਦਿੱਤਾ ਹੋਇਆ ਹੈ। ਜਦੋਂ ਤੱਕ ਆਪਣਾ ਕਰਕੇ ਸਮਝਾਂਗੇ, ਦੇਣ ਲੱਗਿਆਂ ਜ਼ੋਰ ਪਏਗਾ। ਭਾਵੇਂ ਮਨ ਦੇਣਾ ਹੋਵੇ, ਭਾਵੇਂ ਤਨ ਦੇਣਾ ਹੋਵੇ, ਭਾਵੇਂ ਧਨ ਦੇਣਾ ਹੋਵੇ, ਪਰ ਜੇ ਹੈ ਹੀ ਤੇਰਾ ਹੈ ਵਾਹਿਗੁਰੂ ਤੇਰਾ ਦਿੱਤਾ ਹੋਇਆ, ਫਿਰ ਕੋਈ ਜ਼ੋਰ ਨਹੀਂ, ਮੇਰਾ ਹੈ ਹੀ ਨਹੀਂ ਸੀ। ਕਬੀਰ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਤੇਰਾ ਤੁਝ ਕੋ ਸੋਭ ਤੇ ਕਿਆ ਲਾਗੈ ਮੇਰਾ। ਤੇਰਾ ਤੈਨੂੰ ਸੌਂਪ ਦੇਵਾਂ ਤਾਂ ਮੇਰਾ ਕੀ ਜਾਂਦਾ ਹੈ। ਪਰ ਗੁਸਤਾਖੀ ਮਾਫ਼ ਕਰਨਾ, ਇਹ ਸਭ ਤੋਂ ਔਖਾ ਕੰਮ ਹੈ ਕਿ ਜੋ ਸਾਡੇ ਕੋਲ ਹੈ ਉਸ ਨੂੰ ਆਪਣਾ ਸਮਝ ਕੇ ਅਸੀਂ ਸਾਰੇ ਜਿਉਂਦੇ ਹਾਂ, ਪਰ ਜੋ ਸਾਡੇ ਕੋਲ ਉਸ ਨੂੰ ਤੇਰਾ ਸਮਝ ਕੇ ਜੀਏ, ਇਹ ਬੜਾ ਮੁਸ਼ਕਿਲ ਕੰਮ ਹੈ, ਬਹੁਤ ਮੁਸ਼ਕਿਲ ਹੈ। ਫਿਰ ਗੱਲ ਨੂੰ ਸਮਝਿਓ। ਜੋ ਸਾਡੇ ਕੋਲ ਹੈ ਆਪਣਾ ਸਮਝ ਕੇ ਸਾਰਾ ਸੰਸਾਰ ਜਿੰਦਾ ਹੈ, ਹਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿੰਦਾ ਹੈ, ਹਰ ਇੱਕ ਦੇਸ਼ ਦਾ ਹਰ ਇੱਕ ਪ੍ਰਾਣੀ ਜਿਉਂਦਾ ਹੈ। ਦੁਨੀਆ ਵਿੱਚ ਜਿੱਥੇ ਮਰਜ਼ੀ ਭਰਮਣ ਕਰ ਲਓ, ਸਾਰੀ ਥਾਵਾਂ 'ਤੇ ਰੋਗ ਲੱਗਿਆ ਹੋਇਆ, ਕੋਈ ਇੱਥੇ ਹੀ ਨਹੀਂ, ਜਿੱਥੇ ਮਰਜ਼ੀ ਚਲੇ ਜਾਓ ਦੁਨੀਆ ਦੇ ਵਿੱਚ ਇਹ ਰੋਗ ਲੱਗਿਆ ਹੋਇਆ। ਜਿਤਨਾ ਜਿਸ ਦਾ ਦਾਇਰਾ ਹੈ ਉਸਨੇ ਪਕੜ ਬਣਾਈ ਹੋਈ ਹੈ, ਇਤਨਾ ਤਾਂ ਮੇਰੇ ਕੋਲ ਹੈ। ਪਰ ਗੁਰਬਾਣੀ ਨੇ ਇਤਨਾ ਉੱਚਾ ਮਿਆਰ ਦਿੱਤਾ ਬੰਦੇ ਨੂੰ ਕਿ ਬੰਦਿਆ, ਕਿਤੇ ਇਹ ਗੱਲ ਤੈਨੂੰ ਸਮਝ ਆ ਜਾਏ ਕਿ ਇਹ ਮੇਰਾ ਨਹੀਂ, ਇਹ ਸਭ ਕੁਝ ਤੇਰਾ ਹੈ। ਇਹ ਕਿਵੇਂ ਸਮਝ ਆਏਗੀ? ਜਦੋਂ ਕੋਈ ਬੰਦਾ ਮਰਿਆ ਪਿਆ ਹੋਵੇ ਨਾ, ਅਰਬੋਪਤੀ ਹੋਵੇ, ਤੇ ਉਦੋਂ ਗੱਲ ਸਮਝ ਆਉਂਦੀ ਹੈ ਵੀ ਇਹ ਤਾਂ ਪੂਰੀ ਜ਼ਿੰਦਗੀ ਮੇਰਾ ਮੇਰਾ ਕਹਿੰਦਾ ਸੀ, ਬੜੇ ਵੱਡੇ ਕਾਰੋਬਾਰ ਨੇ, ਅਰਬੋਪਤੀ ਹੈ, ਪਰ ਹੁਣ ਇਸ ਦਾ ਕੀ ਇੱਥੇ? ਦੇਖੋ, ਜਦੋਂ ਤੱਕ ਸਵਾਸ ਚੱਲਦਾ ਨੇ ਅਸੀਂ ਆਪਣੇ ਦੀ ਮੋਹਰ ਲਗਾਉਂਦੇ ਹਾਂ। ਸਵਾਸ ਨਿਕਲਦੇ ਸਾਰ ਜਿਹੜਾ ਘਰ ਬੰਦੇ ਨੇ ਬਣਾਇਆ ਹੁੰਦਾ, ਗੁਰੂ ਸਾਹਿਬ ਕਹਿੰਦੇ ਉਸ ਦੇ ਵਿੱਚ ਵੀ ਬੰਦੇ ਨੂੰ ਰਹਿਣ ਨਹੀਂ ਦਿੱਤਾ ਜਾਂਦਾ। ਇਹ ਸੱਚਾਈ ਹੈ। ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ। ਤੇਲ ਜਲੇ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ। ਰੇ ਬੋਰੇ ਤੋਏ ਘਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਬ ਸੋਈ। ਕਾਕੀ ਮਾਤ ਪਿਤਾ ਕਹੋ ਕਾਕੋ, ਕਵਨ ਪੁਰਕੀ ਜੋਈ। ਕੱਢ ਫੁੱਟੈ ਕੋਈ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ। ਕਿਉਂਕਿ ਇਹ ਭਾਵਨਾ ਸਾਡੇ ਜੀਵਨ ਵਿੱਚ ਜਦੋਂ ਤੋਂ ਪ੍ਰਗਟ ਹੋ ਜਾਂਦੀ ਹੈ, ਫਿਰ ਆਪਣੇਪਨ ਦੇ ਵੱਲ ਬੰਦਾ ਝੁਕਦਾ। ਜਦੋਂ ਭਾਵਨਾ ਤੇਰੇ ਵਾਲੀ ਪ੍ਰਗਟ ਹੋ ਗਈ ਵੀ ਸਭ ਕੁਝ ਤੇਰਾ ਹੈ, ਤੇਰਾ ਦਿੱਤਾ ਹੋਇਆ, ਤੇਰੀ ਦਾਤ ਹੈ, ਮੇਰੀ ਇਤਨੀ ਹੈਸੀਅਤ ਅਤੇ ਹਸਤੀ ਨਹੀਂ ਸੀ ਜੇ ਮੈਂ ਪ੍ਰਾਪਤ ਕਰ ਲੈਂਦਾ। ਤੁਸੀਂ ਦੇਖੋ ਨਾ, ਜਦੋਂ ਵੀ ਅਖੰਡ ਪਾਠ ਦਾ ਭੋਗ, ਸਹਿਜ ਪਾਠ ਦਾ ਭੋਗ ਪੈਂਦਾ ਹੈ, ਰਹਿਰਾਸ ਸਾਹਿਬ ਦਾ ਪਾਠ ਦਾ ਭੋਗ ਪੈਂਦਾ ਹੈ,
ਅਸੀਂ ਇਹ ਬਚਨ ਹਮੇਸ਼ਾ ਸੁਣਦੇ ਹਾਂ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਿਤੋਈ। ਕੀ ਇਹ ਗੱਲ ਅਸੀਂ ਅੰਦਰ ਰੋਜ਼ ਫੀਲ ਵੀ ਕਰਦੇ ਹਾਂ? ਜਦੋਂ ਰਹਿਰਾਸ ਕਰਦੇ ਹਾਂ, ਸਹਿਜ ਪਾਠ ਦਾ ਭੋਗ ਪੈ ਰਿਹਾ ਹੈ, ਅਖੰਡ ਪਾਠ ਦਾ ਭੋਗ ਪੈ ਰਿਹਾ ਹੈ, ਕਿ ਅੰਦਰ ਇਹ ਅਸੀਂ ਵਿਚਾਰਦੇ ਵੀ ਹਾਂ ਕਿ ਸੱਚੇ ਪਾਤਸ਼ਾਹ ਵੀ ਹਾਂ, ਜੋ ਕੁਝ ਪੁੱਤਰ ਧੀ ਧਨ ਪਦਾਰਥ ਇਹ ਮੇਰੀ ਹਸਤੀ ਨਾਲ ਜਾਂ ਮੇਰੇ ਕਰਕੇ ਨਹੀਂ, ਇਹ ਤੇਰੀ ਕਿਰਪਾ ਕਰਕੇ ਮਿਲੇ ਹਨ। ਮੈਨੂੰ ਇਸ ਜੋਗਾ ਕਰ ਦਿੱਤਾ, ਮੈਨੂੰ ਇਹ ਯੋਗਤਾ ਦੇ ਦਿੱਤੀ, ਤੂੰ ਦਿੱਤੀ ਹੈ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਹੀਂ। ਸਤਿਗੁਰੂ ਕਹਿੰਦੇ ਮੈਂ ਨਿਰਗੁਣ ਆਰ ਹਾਂ, ਮੇਰੇ ਵਿੱਚ ਕੋਈ ਵੀ ਗੁਣ ਨਹੀਂ ਹੈ। ਆਪੇ ਤਰਸ ਪਇਓਈ, ਤੈਨੂੰ ਤਰਸ ਆ ਗਿਆ ਮੇਰੇ ਉੱਤੇ। ਕਿ ਅਸੀਂ ਜਦੋਂ ਇਹ ਬਾਣੀ ਪੜ੍ਹਦੇ ਹਾਂ, ਅੰਦਰ ਇਹ ਫੀਲਿੰਗ ਆਉਂਦੀ ਹੈ, ਸੱਚਾ ਪਾਤਸ਼ਾਹ ਮੇਰੇ ਕੋਲ ਕੁਛ ਵੀ ਨਹੀਂ ਹੈ, ਮੇਰਾ ਇਹ ਤਾਂ ਤੇਰਾ ਤਰਸ ਹੈ ਜੋ ਮੈਂ ਮਾਣ ਰਿਹਾ। ਤਨ ਤੇ ਕੱਪੜੇ ਪਾਏ ਨੇ, ਤੇਰਾ ਤਰਸ ਹੈ। ਜੇ 2 ਪੈਸੇ ਨੇ, ਤੇਰਾ ਤਰਸ ਹੈ। ਤਨ ਪਦਾਰਥ ਨੇ, ਤੇਰਾ ਤਰਸ ਹੈ। ਬੱਚੇ ਨੇ, ਤੇਰਾ ਤਰਸ ਹੈ। ਪਰਿਵਾਰ 'ਚ ਬੈਠਾ, ਤੇਰਾ ਤਰਸ ਹੈ। ਜਿਸ ਦਿਨ ਆਪਾਂ ਬਾਣੀ ਨੂੰ ਇਹ ਸਮਝ ਕੇ ਪੜ੍ਹਾਂਗੇ ਨਾ, ਵਾਹਿਗੁਰੂ ਤੇਰਾ ਤਰਸ ਹੈ। ਬੰਦੇ ਦੇ ਅੰਦਰ ਪਹਿਲਾਂ ਇੱਕ ਮਨ 'ਚ ਹੁੰਦਾ ਸੀ ਵੀ ਅਸੀਂ ਕਮਾ ਕੇ ਦੇ ਰਹੇ ਹਾਂ ਅਤੇ ਘਰ ਦੇ ਖਾਈ ਜਾਂਦੇ। ਕਈ ਵਾਰੀ ਹੁੰਦਾ ਜਿਹੜਾ ਵੀ ਬੰਦਾ ਕਮਾਉਂਦਾ, ਇਸਤਰੀ ਕਮਾਵੇ, ਪੁਰਸ਼ ਕਮਾਵੇ, ਉਹ ਸੋਚਦੀ ਹੈ ਵੀ ਮੈਂ ਕਮਾਉਂਦੀ ਹਾਂ ਇਹ ਖਾਂਦਾ ਹੈ, ਜਾਂ ਬੰਦਾ ਕਮਾਵੇ ਅਤੇ ਉਹ ਸੋਚਦਾ ਇਸਤਰੀ ਖਾਂਦੀ ਹੈ। ਪਰ ਇੱਕ ਗੁਰਮੁਖ ਪਿਆਰੇ ਮਿਲੇ, ਉਹਨਾਂ ਨੇ ਬੜੇ ਕਮਾਲ ਦੀ ਗੱਲ ਆਖੀ ਇੱਕ ਵਾਰੀ, ਬਹੁਤ ਸਾਲ ਪੁਰਾਣੀ ਗੱਲ ਹੋ ਗਈ। ਕਹਿੰਦੇ ਸੱਚ ਇਹ ਹੈ, ਕੋਈ ਕਿਸੇ ਨੂੰ ਕਮਾ ਕੇ ਨਹੀਂ ਦਿੰਦਾ, ਕੋਈ ਕਿਸੇ ਨੂੰ ਖਿਲਾਉਂਦਾ ਨਹੀਂ। ਇਹ ਸਭ ਕੁਝ ਪਰਮਾਤਮਾ ਨੇ ਸਭ ਦੇ ਹਿੱਸੇ ਲਿਖ ਕੇ ਉਸ ਬੰਦੇ ਦੇ ਨਾਲ ਜੋੜ ਦਿੱਤੇ ਨੇ। ਇੱਕ ਵਾਰੀ ਉਚਾਰਨ ਕਰੋ, ਸਤਿਨਾਮ। ਉਹਦੀ ਕਿਰਤ ਨਾਲ ਜੋੜ ਦਿੱਤੇ ਨੇ। ਮੈਂ ਕਿਹਾ ਮੈਨੂੰ ਸਮਝ ਨਹੀਂ ਆਈ, ਥੋੜ੍ਹਾ ਸਮਝਾਓ ਕਿ ਕਿਵੇਂ ਜੋੜ ਦਿੱਤੇ ਨੇ। ਅਤੇ ਇਹ ਬੜੀ ਪੁਰਾਣੀ ਗੱਲ ਹੈ। ਉਸ ਵੇਲੇ ਦਾਸ ਦੀ ਤਨਖਾਹ 1800 ਰੁਪਏ ਹੁੰਦੀ ਸੀ। ਜਦੋਂ ਦਾਸ ਨੇ ਕਥਾ ਦੀ ਆਰੰਭਤਾ ਕੀਤੀ, 1800 ਰੁਪਏ ਤਨਖਾਹ ਸੀ। ਅਤੇ ਇੱਕ ਮੇਰੇ ਕੋਲ ਪਾਦਰੀ ਆ ਗਿਆ, ਉਹ ਸੁਖਮਨੀ ਸਾਹਿਬ ਦੀ ਕਥਾ ਸਿੱਖਦਾ ਸੀ ਮੇਰੇ ਕੋਲੋਂ। ਅਤੇ ਕਹਿਣ ਲੱਗਾ ਆਪ ਕੀ ਤਨਖਾਹ ਕਿਆ ਹੈ? ਮੈਂ ਕਿ ਤਨਖਾਹ ਨਾ ਪੁੱਛਿਆ ਕਰ ਤੂੰ, ਨਹੀਂ ਬਤਾਓ ਤਾਂ ਸਹੀ। मैं कि तनख्वाह मेरी बहुत ज़्यादा है। कहना मेरी तो 55,000 तनख्वाह है और गाड़ी मिली हुई है, ड्राइवर मिला, तेल मिला हुआ है, लाइब्रेरी दी हुई है, घर है, बच्चे सरकारी मतलब प्राइवेट स्कूल में फ्री पढ़ते हैं और मौज ही मौज है। आपको क्या देते हैं तनख्वाह? हुण मैं दसा तो कौम की बेइज्जती भी मैनू 1800 रुपये देंदे ने, प्रबंधकों की बेइज्जती भी 1800 रुपये तनख्वाह देंदे। मैं एक गल आखी, मैं पादरी जी जो मिलता है ਇਹਦੇ ਵਿੱਚ ਬਰਕਤ बड़ी है। एक बार उच्चारण करो सतनाम। बड़ा आनंद है इसदे विच, बड़ी बरकत है। नहीं बताओ आप, मैं कि दसना नहीं मैं, पर जो मैनू मिलता बड़ी बरकत है, इसदे विच बड़ा आनंद है। प्यार वालों सच जानना, जदों वो बंदा मैनू मिलिया, उस गुरमुख प्यारे ने गल आखी कि बेटा थोड़ी तनख्वाह की? मैं कि 1800 रुपये तनख्वाह। कहते वैसे तो ये गल अज थोड़े समझ नहीं आनी, जिहड़ी गल मैं तुहानूं समझाउण लग्या। कुछ सालों बाद तुहाडा ब्याह होएगा, तुहाडे घर च बच्चे होणगे, फिर जाके गल तुहाडी पकड़ च आ गई तो आ गई, नहीं तो वह भी नहीं आनी। जिहड़े गुरमुख प्यारे हुंदे ना, जिहड़े रंगी रूहां हुंदियां ने, उन्हां दे जिहड़ी गल हुंदी है ना, वो बड़ी अगे दी गल हुंदी है। कहना मन लै कि अज तू 1800 कमा रहा, जो तेरा ब्याह हो जाएगा तू 5000 कमाएगा। पर एक गल याद रखें, जो 5000 कमाएगा तो तेरे 1800 ने, बाकी जो मिल रहा ना, जो तनख्वाह वधी है 5000 ते पहुँची है, तो वह तेरी नहीं, वो तेरे नाल जो जुड़ी उसकी है। एक बार आखो सतनाम। वो तेरी नहीं, तेरे 1800 ही ने, पर तेरे नाल वो जुड़ गई है, तो उसके भाग भी तेरे नाल जुड़ गए, इस करके तेरी वो तनख्वाह बढ़ गई। तेरे घर च कल नूं संतान होएगी, तो जो वो आवेगा, मान ला तेरी तनख्वाह 7000 होगी, तो समझ ला 2000 उसके जुड़ गए। तो जो होर बच्चा होवे घर दे तेरे 10,000 तनख्वाह है, तो समझ ला कि 3000 वो बच्चा आया उसके जुड़ गए ने, तेरे 1800 ही ने। एक बार उच्चारण करो सतनाम। उन्होंने आखी हुई गल, जदों परिवार हो गया, बच्चे हो गए,
ਹੁਣ ਜਾ ਕੇ ਪਤਾ ਲੱਗਦਾ ਬਾਕੀ ਉਹਨਾਂ ਨੇ ਜਿਹੜੀ ਗੱਲ ਆਖੀ ਸੀ ਬਿਲਕੁਲ ਕੈਲਕੂਲੇਟ ਕਰਕੇ ਵੇਖੀ, ਉੱਦਾਂ ਹੀ ਚੱਲ ਰਿਹਾ ਬਿਲਕੁਲ ਕੰਮ। ਅੱਜ 10,000 ਦੇ ਕਰੀਬ ਤਨਖਾਹ ਹੋਣੀ ਹੈ, ਬੱਚੇ 2 ਨੇ, ਪਰਿਵਾਰ ਹੈ, ਦਾਸ ਹੈ, ਪਰ ਮੇਰੇ 1800 ਹੀ ਨੇ। ਇੱਕ ਵਾਰ ਉਚਾਰਨ ਕਰੋ ਸਤਨਾਮ। ਬਾਕੀ ਜੋ ਮਿਲ ਰਿਹਾ ਉਹਨਾਂ ਦੇ ਭਾਗਾਂ ਦਾ ਮਿਲ ਰਿਹਾ। ਅਤੇ ਮੈਂ ਜੇ ਉਹ ਕਿਤੇ ਗੁਰਮੁਖ ਪਿਆਰੇ ਨਾ ਸਮਝਾਉਂਦੇ ਤਾਂ ਮੈਂ ਜੋ ਕਮਾਉਂਦਾ ਅਤੇ ਘਰਦਿਆਂ ਨੂੰ ਕਹਿਣਾ ਸੀ ਮੈਂ ਕਮਾ ਕੇ ਦੇ ਰਿਹਾ। ਪਰ ਉਹਨਾਂ ਨੇ ਇਹ ਜਿਹੜੀ ਗੱਲ ਸਮਝਾਈ ਉਹ ਗੱਲ ਪੱਲੇ ਬਣ ਲਈ ਕਿ ਮਨਾ ਤੇਰੇ 1800 ਹੀ ਨੇ, ਬਾਕੀ ਜੋ ਮਿਲਦਾ ਉਹਨਾਂ ਦੇ ਭਾਗਾਂ ਦਾ ਆਉਂਦਾ। ਗੁਰੂ ਹਰ ਇੱਕ ਦੀ ਕਿਸਮਤ। ਇੱਕ ਬਚਨ ਫਿਰ ਜਦੋਂ ਉਹਨਾਂ ਨੇ ਗੱਲ ਆਖੀ ਅਤੇ ਜਿਵੇਂ ਬਾਣੀ ਦੀ ਸਮਝ ਆਈ। ਇੱਕ ਤਾਂ ਹੁੰਦਾ ਕਿ ਬਾਣੀ ਆਪਾਂ ਪੜ੍ਹ ਲੈਂਦੇ ਹਾਂ, ਪਾਠ ਕਰ ਲੈਂਦੇ ਹਾਂ, ਪਰ ਜ਼ਰੂਰੀ ਨਹੀਂ ਕਿ ਬਾਣੀ ਪੜ੍ਹ ਕੇ ਇਕੱਲਾ ਪਾਠ ਕਰਕੇ ਸਮਝ ਜਾਏ। ਕਈ ਵਾਰੀ ਅਨੁਭਵ ਜਿਹੜਾ ਬੜਾ ਸਮਾਂ ਬਾਅਦ ਆਉਂਦਾ। ਇੱਕ ਸ਼ਬਦ ਤੁਸੀਂ ਰੋਜ਼ ਪੜ੍ਹਦੇ ਹੋ, ਮੈਂ ਵੀ ਪੜ੍ਹਦਾ, ਪਰ ਉਸਦਾ ਅਨੁਭਵ ਉਹਨਾਂ ਗੱਲਾਂ ਤੋਂ ਜਦੋਂ ਉਦਾਸ ਨੂੰ ਹੋਇਆ, ਜਿਹੜੀ ਗੱਲਾਂ ਉਹਨਾਂ ਗੁਰਮੁਖ ਪਿਆਰਿਆਂ ਨੇ ਮੈਨੂੰ ਆਖੀਆਂ ਸਨ। ਇਹ ਸ਼ਬਦ ਆਪਾਂ ਰੋਜ਼ ਪੜ੍ਹਦੇ ਹਾਂ, ਕਾਹੇ ਦੇ ਮਨ ਚਿਤ ਮੈਂ ਉਦਮ, ਬੋਲੋ ਸਾਰੇ, ਜਾਂ ਆਹਰ ਹਰ ਜਿਉ ਭਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਅਗਲੀ ਪੰਕਤੀਆਂ ਪੜ੍ਹੋ। ਜਨਨ ਪਿਤਾ ਲੋਕ ਸੁਖਵੰਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਪਉ ਕਰਿਆ। ਸਾਰਿਆਂ ਦਾ ਰਿਜਕ ਜੁੜਿਆ ਹੋਇਆ। ਸਾਡੇ ਘਰ ਜੋ ਪੈਕੇਜ ਆ ਰਿਹਾ ਸਾਰਿਆਂ ਦਾ ਇਕੱਠਾ ਆ ਰਿਹਾ, ਇਕੱਲੇ ਬੰਦੇ ਦਾ ਨਹੀਂ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਜੇ ਪਤਨੀ ਕਮਾ ਰਹੀ ਹੈ ਤਾਂ ਪਤੀ ਦਾ ਵੀ ਪੈਕੇਜ ਵਿੱਚ ਹੀ ਹੈ, ਇਹ ਭੁਲੇਖੇ 'ਚ ਨਾ ਰਵੇ। ਜੇ ਪਤੀ ਕਮਾ ਰਿਹਾ ਤਾਂ ਪਤਨੀ ਦਾ ਵੀ ਵਿੱਚ ਹੀ ਹੈ। ਜੇ ਘਰ ਦਾ ਪੁੱਤਰ ਕਮਾ ਰਿਹਾ ਅਤੇ ਸਮਝ ਲਓ ਪੁੱਤਰ ਕਮਾ ਰਿਹਾ, ਉਸ ਕਮਾਈ ਵਿੱਚ ਮਾਂ ਦਾ ਵੀ ਜੁੜਿਆ ਪਿਆ, ਉਹਦਾ ਵੀ, ਭਰਾ ਦਾ ਵੀ, ਸਾਰੇ ਪਰਿਵਾਰ ਦਾ ਜੁੜਿਆ ਹੋਇਆ। ਜਦੋਂ ਇਹ ਸੋਚ ਬਣ ਜਾਏਗੀ ਨਾ ਕਿ ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਸਾਰਿਆਂ ਦੇ ਸਿਰ 'ਤੇ ਰਿਜਕ ਉਸ ਪਰਮਾਤਮਾ ਨੇ ਨਿਯਤ ਕੀਤਾ ਹੋਇਆ। ਅਤੇ ਜਦੋਂ ਇਹ ਗੱਲ ਸਮਝ ਆਏਗੀ, 2 ਚੀਜ਼ਾਂ ਹੋਣਗੀਆਂ। ਇੱਕ ਤਾਂ ਹੰਕਾਰ ਨਹੀਂ ਹੋਏਗਾ, ਦੂਜੀ ਗੱਲ ਇਹ ਗੱਲ ਸਮਝ ਜਾਏਗੀ ਵੀ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕੋਈ ਆਏਗਾ ਉਹ ਆਪਣੇ ਨਸੀਬ ਦਾ ਆਪਣੇ ਆਪ ਹੀ ਲੈ ਕੇ ਆਏਗਾ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਕਈ ਮੇਰੇ ਕੋਲ ਆਉਂਦੇ ਨੇ ਅਤੇ ਕਹਿੰਦੇ ਨੇ ਵੀ ਸ਼ਾਦੀ ਹੋਣੀ ਹੈ ਵੀਰ ਜੀ, ਬੜੀ ਤਨਖਾਹ ਘੱਟ ਹੈ, ਕੀ ਹੋਏਗਾ? ਮੈਂ ਕਿ ਸਭ ਠੀਕ ਹੋ ਜਾਏਗਾ। ਮੇਰੀ ਵੀ ਘੱਟ ਸੀ, ਮੈਂ ਕੋਈ ਗੱਲ ਸਮਝਾ ਦੇਈਦਾ ਕਈ ਨੂੰ। ਕਈ ਕਹਿੰਦੇ ਨੇ ਜੀ ਵਿਆਹ ਹੋ ਗਿਆ ਹੁਣ, ਬੜਾ ਛੋਟਾ ਜਿਹਾ ਮਕਾਨ ਹੈ, ਕੀ ਹੋਏਗਾ? ਮੈਂ ਕਿ ਕੋਈ ਨਹੀਂ, ਵੱਡਾ ਹੋ ਜਾਏਗਾ। ਬੱਚੇ ਆਉਣਦੇ, ਉਹ ਆਪਣਾ ਨਾਲ ਲੈ ਕੇ ਜਾਣਗੇ। ਚਿੰਤਾ ਨਾ ਕਰ, ਤੈਨੂੰ ਅਕਾਲ ਪੁਰਖ ਨੂੰ ਚਿੰਤਾ ਹੈ। ਸਾਨੂੰ ਉਸ ਵੇਲੇ ਲੱਗਦਾ ਹੈ, ਪਰ ਜੇ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਜੀਵੀਏ ਨਾ, ਫਿਰ ਸਾਨੂੰ ਸਮਝ ਆ ਜਾਂਦੀ ਹੈ ਨਹੀਂ, ਇਹ ਸਭ ਖੇਡ ਪਰਮਾਤਮਾ ਦੀ ਹੈ। ਇਸ ਕਰਕੇ ਗੁਰਦੇਵ ਪਿਤਾ ਸਾਨੂੰ ਗੱਲ ਸਮਝਾ ਰਹੇ ਨੇ ਅੱਜ ਕਿ ਆਪਣੀ ਰਸਨਾ ਦੇ ਉੱਤੇ ਕੰਟਰੋਲ ਕਰ, ਕਿਉਂਕਿ ਇਹ ਰਸਨਾ ਹੋਰ ਚਸਕਿਆਂ ਵਿੱਚ ਲੱਗੀ ਹੋਈ ਹੈ ਨਾ, ਅਤੇ ਇਹ ਤੇਰੇ ਜੀਵਨ ਦੀ ਬਰਬਾਦੀ ਦਾ ਕਾਰਨ ਹੋਏਗੀ। ਇਸ ਕਰਕੇ ਮਰ ਕਹਿੰਦੇ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਹੇ ਮੇਰੀ ਰਸਨਾ, ਤੂੰ ਨਾਮ ਰਸ ਛੱਡ ਕੇ ਹੋਰਨਾਂ ਸਵਾਦਾਂ ਵਿੱਚ ਰੁਚੀ ਵਧਾ ਰਹੀ ਹੈ, ਹੋਰਨਾਂ ਸਵਾਦਾਂ ਵਿੱਚ ਖਚਿਤ ਹੈ, ਹੋਰਨਾਂ ਸਵਾਦਾਂ ਵਿੱਚ ਗਲਤਾਨ ਹੈ। ਯਾਦ ਰੱਖ, ਇਸ ਤਰ੍ਹਾਂ ਤੇਰੀ ਦੁਨਿਆਵੀ ਪਦਾਰਥਾਂ ਦੀ ਭੋਗਾਂ ਵਾਲੀ ਜਿਹੜੀ ਆਸ ਹੈ, ਪਿਆਸ ਹੈ, ਖੁਆਇਸ਼ ਹੈ, ਉਹ ਦੂਰ ਨਹੀਂ ਹੋਣੀ। ਤੂੰ ਸੋਚੇ ਵੀ ਦੁਨੀਆ ਵਾਲੇ ਜਿਹੜੇ ਭੋਗ ਨੇ ਉਹ ਖੁਆਇਸ਼ ਪੂਰੀ ਹੋ ਜਾਏ, ਨਹੀਂ ਕਦੀ ਹੋਏਗੀ। ਦੁਨਿਆਵੀ ਪਦਾਰਥਾਂ ਦੇ ਭੋਗਾਂ ਲਈ ਪੈਦਾ ਹੋਈ ਖੁਆਇਸ਼ ਕਦੀ ਦੂਰ ਨਹੀਂ ਹੋਵੇਗੀ। ਤੂੰ ਕਿਉਂਕਿ ਨਾਮ ਰਸ ਨੂੰ ਛੱਡ ਕੇ ਹੋਰ ਰਸਾਂ ਵਿੱਚ ਰੁੱਝੀ ਹੋਈ ਹੈ। ਜਿਨ੍ਹਾਂ ਦੀ ਰਸਨਾ ਨਾਮ ਰਸ ਲੈਂਦੀ ਹੈ, ਉਹਨਾਂ ਨੂੰ ਫਿਰ ਹੋਰ ਸੰਸਾਰ ਦੇ ਰਸਾਂ ਦੀ ਖੁਆਇਸ਼ ਨਹੀਂ ਰਹਿ ਜਾਂਦੀ। ਉਸ ਨੂੰ ਹੀ ਮਹਾਰਾਜ ਨੇ ਆਖਿਆ ਕਿ ਸਾ ਰਸਨਾ ਧਨ ਧਨ ਹੈ, ਮੇਰੀ ਜਿੰਦੜੀਏ ਜੋ ਗੁਣ ਗਾਵੇ ਹਰ ਪ੍ਰਭ ਕੇ ਦੇ ਰਾਮ। ਜਿਹੜੇ ਵਾਹਿਗੁਰੂ ਦੇ ਗੁਣ ਗਾਉਂਦੇ ਨਾ, ਉਹ ਰਸਨਾ ਧਨਤਾ ਦੇ ਯੋਗ ਹੈ। ਫਿਰ ਮਹਾਰਾਜ ਕਹਿੰਦੇ ਨੇ ਪਿਆਸ ਨਾ ਜਾਏ ਹੋਰਤ ਕੀਤਾ, ਜਿਚਰ ਹਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਤੱਕ ਹਰੀ ਨਾਮ ਦਾ ਸਵਾਦ ਆਓ ਆਤਮਿਕ ਆਨੰਦ ਤੇਰੇ ਪੱਲੇ ਨਹੀਂ ਪੈਂਦਾ, ਉਤਨਾ ਚਿਰ ਤੇਰੀ ਰਸਨਾ ਰਸਾ ਕਸਾ ਲਈ ਪੈਦਾ ਹੋਈ ਇੱਛਾ ਜਿਹੜੀ ਹੈ ਨਾ, ਉਹ ਮਿਟਾ ਨਹੀਂ ਸਕਦੀ, ਨਾ ਤੇਰੇ ਅੰਦਰੋਂ ਮਿਟ ਸਕਦੀ ਹੈ। ਜੋ ਤੇਰੇ ਅੰਦਰ ਇੱਛਾਵਾਂ ਪੈਦਾ ਹੋ ਗਈਆਂ ਨਾ, ਰਸਾ ਕਸਾਂ ਲਈ ਪੈਦਾ ਹੋਈ ਜਿਹੜੀ ਇੱਛਾ ਹੈ, ਉਹ ਮਿਟ ਨਹੀਂ ਸਕਦੀ। ਜਦੋਂ ਤੱਕ ਇਹ ਰਸਨਾ ਪਰਮਾਤਮਾ ਦੇ ਨਾਮ ਦਾ ਸਵਾਦ ਜਾਂ ਆਤਮਿਕ ਆਨੰਦ ਆਪਣੇ ਪੱਲੇ ਨਹੀਂ ਬਣ ਲੈਂਦੀ, ਜਦੋਂ ਤੱਕ ਇਹਨੂੰ ਨਾਮ ਦਾ ਰਸ ਨਹੀਂ ਆ ਜਾਂਦਾ।
ਨਾਮ ਦਾ ਰਸ ਰਸਨਾ ਨੂੰ ਆਉਣਾ ਸ਼ੁਰੂ ਹੋ ਜਾਂਦਾ ਹੈ। ਉਸ ਵਾਸਤੇ ਸਾਨੂੰ ਲੋੜ ਹੈ ਆਪਣੇ ਕੰਨਾਂ ਨੂੰ ਜ਼ਿਆਦਾ ਸੁਚੇਤ ਕਰਨ ਦੀ। ਸਿਆਣੇ ਕਹਿੰਦੇ ਨੇ ਜਦੋਂ ਬਾਣੀ ਪੜ੍ਹ ਨਾ ਤੇ ਉੱਚੀ ਪੜ੍ਹਿਆ ਕਰ। ਉੱਚੀ ਪੜ੍ਹਨ ਨਾਲੋਂ ਇੱਕ ਲਾਭ ਇਹ ਹੈ ਕਿ ਤੇਰੇ ਕੰਨ ਸੁਣਨਗੇ, ਤੇ ਕੰਨਾਂ ਨੂੰ ਵੀ ਆਖਿਆ ਕਰ ਵੀ ਧਿਆਨ ਨਾਲ ਸੁਣੋ, ਕਿਉਂਕਿ ਮਹਾਰਾਜ ਨੇ ਅੱਗੇ ਜਾ ਕੇ ਸਮਝਾਣਾ ਹੈ, ਇਹ ਸਰਵਣੋ ਮੇਰਿਓ ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਨੀ। ਰਸਨਾ ਤੇ ਰਸ ਆਉਣਾ ਸ਼ੁਰੂ ਹੋ ਜਾਣਾ, ਬਾਣੀ ਪੜ੍ਹਨ ਦਾ ਸਵਾਦ ਆਇਆ ਕਰੇਗਾ। ਆਪਣੇ ਆਪ ਨੂੰ ਵੀ ਰਸ ਆਏਗਾ, ਹੋਰ ਸੁਣੇਗਾ ਉਹਨੂੰ ਵੀ ਰਸ ਆਏਗਾ ਬਾਣੀ ਦਾ। ਹੁਣ ਤਾਂ ਆਪਣੇ ਆਪ ਨੂੰ ਕਈ ਵਾਰੀ ਰਸ ਨਹੀਂ ਆਉਂਦਾ। ਔਰ ਸਮਝ ਲਓ ਜੇ ਜਿਹੜੇ ਬੰਦੇ ਦੀ ਰਸਨਾ ਤੇ ਰਸ ਨਹੀਂ ਹੈ ਤੇ ਉਹਨੇ ਕੰਨਾਂ ਨਾਲ ਧਿਆਨ ਨਾਲ ਬਾਣੀ ਨੂੰ ਸੁਣਿਆ ਨਹੀਂ ਹੈ, ਉਹਦੇ ਕੰਨਾਂ ਦੇ ਅੰਦਰ ਬਾਣੀ ਨਹੀਂ ਜਾ ਰਹੀ। ਰਸਨਾ ਤੱਕ ਤੇ ਹੈ ਪਰ ਕੰਨਾਂ ਦੇ ਕਿਉਂਕਿ ਕੰਨ ਅੰਦਰ ਲੈ ਕੇ ਜਾਣ ਔਰ ਉਹ ਬਾਣੀ ਅੰਦਰ ਸੁਣੀ ਜਾਵੇ, ਨਾਲ ਨਾਲ ਸੁਣਦੇ ਰਹੀਏ ਬਾਣੀ ਪੜ੍ਹਦੇ ਪੜ੍ਹਦੇ, ਫਿਰ ਦੇਖਣਾ ਉਹਦਾ ਆਨੰਦ ਹੀ ਵੱਖਰਾ ਹੁੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਪਿਆਸ ਨਾ ਜਾਏ ਹੋਰਤ ਕਿਤੈ, ਜੇ ਚਰ ਹਰਸ ਪੱਲੇ ਨਾ ਪਾਏ। ਜਿੰਨਾ ਚਿਰ ਤੱਕ ਹਰੀ ਰਾਮ ਦਾ ਸਵਾਦ ਤੇਰੇ ਪੱਲੇ ਨਹੀਂ ਪੈਂਦਾ, ਉਨਾ ਚਿਰ ਤੱਕ ਰਸਾਂ ਕਸਾਂ ਲਈ ਪੈਦਾ ਹੋਈ ਇੱਛਾ ਜਿਹੜੀ ਹੈ ਉਹ ਮਿਟ ਨਹੀਂ ਸਕਦੀ। ਫਿਰ ਕਹਿਣ ਲੱਗੇ ਹਰ ਰਸ ਪਾਏ ਪੱਲੇ ਪੀਐ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਇਸ ਮਨੁੱਖ ਦੇ ਹਿਰਦੇ ਰੂਪੀ ਪੱਲੇ ਵਿੱਚ ਹਰੀ ਨਾਮ ਦਾ ਆਨੰਦ ਆ ਪੈਂਦਾ ਹੈ। ਹਰ ਰਸ ਪਾਏ ਪੱਲੇ, ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਰਸ, ਨਾਮ ਦਾ ਆਨੰਦ ਜਿਹਦੇ ਪੱਲੇ ਪੈ ਗਿਆ। ਪੀਐ ਹਰ ਰਸ, ਜਿਹਨੇ ਹਰੀ ਰਸ ਪੀ ਲਿਆ ਹੈ, ਰਜ ਰਜ ਪੀਤਾ ਹੈ, ਪਾਓ ਕਿ ਅੰਤਰ ਆਤਮੇ ਜਿਹੜਾ ਮਾਣਦਾ ਹੈ। ਬਾਣੀ ਨੂੰ ਪੜ੍ਹ ਕੇ ਅੰਦਰ ਮਾਣਨਾ ਹੈ। ਦੇਖੋ ਪਹਿਲਾਂ ਬਾਣੀ ਪੜ੍ਹਨੀ ਸ਼ੁਰੂ ਕਰੀਏ, ਭਾਵੇਂ ਸਾਡੇ ਘਰ 'ਚ ਬੱਚਾ ਹੋਵੇ, ਬਾਣੀ ਪੜ੍ਹਨ ਦੀ ਆਪਾਂ ਉਸ ਨੂੰ ਵਾਦੀ ਪਾਈਏ ਵੀ ਬੱਚਿਆ ਬਾਣੀ ਪੜ੍ਹਿਆ ਕਰ। ਸ਼ੁਰੂਆਤ ਦੇ ਵਿੱਚ ਹੌਲੀ ਹੌਲੀ ਬਾਣੀ ਦੇ ਫਿਰ ਅਰਥ ਸਿਖਾਈਏ। ਜਦੋਂ ਬਾਣੀ ਉਹ ਪੜ੍ਹੇਗਾ ਨਾਲ ਅਰਥ ਸਮਝ ਆਉਣਗੇ ਤਾਂ ਫਿਰ ਕੀ ਹੋਏਗਾ, ਪੀਏ ਹਰ ਰਸ, ਉਸ ਬਾਣੀ ਦਾ ਜਿਹੜਾ ਰਸ ਹੈ ਉਹ ਅੰਦਰ ਪੀਏਗਾ, ਅੰਤਰ ਆਤਮੇ ਮਾਣੇਗਾ, ਉਹਨੂੰ ਅੰਦਰ ਸਵਾਦ ਆਏਗਾ। ਫਿਰ ਮਨ ਕਰੇਗਾ ਅੱਜ ਇੱਕ ਅੰਕ ਪੜ੍ਹਿਆ, ਕੱਲ੍ਹ ਨੂੰ 2 ਪੜ੍ਹਾਂਗਾ। ਇੱਕ ਵਾਰ ਉਚਾਰਨ ਕਰੋ ਸਤਨਾਮ। ਕਈ ਸੰਗਤਾਂ ਤਾਂ ਐਸੀ ਪਿਆਰ ਵਾਲੀਆਂ ਆ ਕੇ ਕਹਿੰਦੀਆਂ ਨੇ ਕਿ ਤੁਸੀਂ ਸਹਿਜ ਪਾਠ ਆਰੰਭ ਕਰਾਇਆ ਸੀ ਅਤੇ ਪਹਿਲਾਂ ਕਹਿੰਦੇ 2 ਅੰਕ ਕਰਨੇ ਔਖੇ ਹੋ ਜਾਂਦੇ ਸੀ, ਅੱਜ ਕਹਿੰਦੇ 50-50 ਅੰਕ ਕਰ ਲਈਦੇ ਨੇ, ਬੜਾ ਰਸ ਆਉਂਦਾ। ਮਨ ਹੀ ਨਹੀਂ ਕਰਦਾ ਉੱਠ ਜਾਈਏ, ਮਨ ਹੀ ਨਹੀਂ ਕਰਦਾ, ਛੱਡਣ ਨੂੰ ਦਿਲ ਹੀ ਨਹੀਂ ਕਰਦਾ। ਕਈ ਵਾਰੀ ਘਰ ਦੇ ਕੰਮ ਡਿਲੇ ਹੋ ਜਾਂਦੇ ਨੇ, ਪਰ ਰਸ ਜਦੋਂ ਆਉਣਾ ਸ਼ੁਰੂ ਹੋ ਜਾਂਦਾ ਨਾ, ਫਿਰ ਜੋ ਬੰਦਾ ਉਸਦੇ 'ਚ ਖੋ ਜਾਂਦਾ ਹੈ। ਅਤੇ ਫਿਰ ਕੀ ਹੋਏਗਾ, ਬਹੁੜ ਨਾ ਤ੍ਰਿਸ਼ਨਾ ਲੱਗ ਆਏ, ਫਿਰ ਮੁੜ ਕੇ ਤ੍ਰਿਸ਼ਨਾ ਜਿਹੜੀ ਬੰਦੇ ਨੂੰ ਨਹੀਂ ਲੱਗੇਗੀ। ਅਤੇ ਮੈਂ ਕਹਿੰਦੇ ਇਹ ਹਰ ਰਸ ਕਰਮੀ ਪਾਈ ਹੈ। ਇਹ ਹਰ ਰਸ ਬਖਸ਼ਿਸ਼ ਦੇ ਨਾਲ ਪ੍ਰਾਪਤ ਹੁੰਦਾ ਹੈ। ਕਰਮੀ ਦਾ ਅਰਥ ਹੈ ਬਖਸ਼ਿਸ਼ ਨਾਲ, ਪਰਮਾਤਮਾ ਦੀ ਕਿਰਪਾ ਨਾਲ। ਮਿਲਦਾ ਕਿਹਨਾਂ ਨੂੰ ਹੈ, ਬਖਸ਼ਿਸ਼ ਕਿਹਨਾਂ ਦੇ ਉੱਤੇ ਹੁੰਦੀ ਹੈ। ਸਤਿਗੁਰ ਮਿਲਿਆ ਜਿਸ ਆਏ, ਜਿਸ ਨੂੰ ਸਤਿਗੁਰ ਆ ਕੇ ਮਿਲਦਾ ਹੈ। ਪਾਓ ਕਿ ਜਿਹਦੀ ਸਤਿਗੁਰ ਦੇ ਨਾਲ ਸਾਂਝ ਬਣਦੀ ਹੈ, ਜਿਹੜਾ ਸਤਿਗੁਰ ਦੀ ਬਾਣੀ ਨੂੰ, ਸਤਿਗੁਰ ਦੇ ਉਪਦੇਸ਼ ਨੂੰ ਕਮਾਉਣਾ ਸ਼ੁਰੂ ਕਰ ਦਿੰਦਾ ਹੈ, ਪਰਮਾਤਮਾ ਉਸਦੇ ਉੱਤੇ ਬਖਸ਼ਿਸ਼ ਕਰ ਦਿੰਦਾ ਹੈ, ਉਹਦੇ ਉੱਤੇ ਕਿਰਪਾ ਕਰ ਦਿੰਦਾ ਹੈ, ਉਹਦੇ ਤੇ ਟੁੱਟ ਪੈਂਦਾ ਹੈ। ਫਿਰ ਮਹਾਰਾਜ ਕਹਿਣ ਲੱਗੇ ਕਹਿ ਨਾਨਕ ਹੋਰ ਅਨਰਸ ਸਭ ਵੀਸਰੇ। ਨਾਨਕ ਆਖਦਾ ਹੈ ਕਿ ਹੋਰ ਅਨਰਸ ਦਾ ਅਰਥ ਹੈ ਹੋਰ ਜਿਤਨੇ ਵੀ ਸੰਸਾਰ ਦੇ ਰਸ ਨੇ ਸਾਰੇ ਵਿਸਰ ਜਾਂਦੇ ਹਨ, ਜਾਂ ਹਰ ਵਸੈ ਮਨ ਆਏ। ਜਦੋਂ ਮਨ ਵਿੱਚ ਹਰੀ ਪਰਮਾਤਮਾ ਵਸ ਜਾਂਦਾ, ਵਾਹਿਗੁਰੂ ਦੀ ਯਾਦ ਵਸ ਜਾਂਦੀ ਹੈ, ਇਸ ਨੂੰ ਹੋਰ ਸੌਖਾ ਕਰ ਲਈਏ। ਜਦੋਂ ਵਾਹਿਗੁਰੂ ਜੀ ਦਾ ਅਨੁਭਵ ਹੋ ਜਾਂਦਾ ਹੈ ਕਿ ਇਹ ਸਭ ਕੁਛ ਮੇਰੇ ਕੋਲ ਪਰਮਾਤਮਾ ਦਾ ਦਿੱਤਾ ਹੋਇਆ, ਵਾਹਿਗੁਰੂ ਦੀਆਂ ਦਾਤਾਂ ਨੇ ਸਾਰੀਆਂ। ਜਦੋਂ ਮਨ ਵਿੱਚ ਇਹ ਗੱਲ ਵਸ ਗਈ, ਫਿਰ ਵਾਹਿਗੁਰੂ ਦੀ ਦਿੱਤੀ ਹੋਈ ਕੋਈ ਵੀ ਦਾਤ ਨੂੰ ਤੁਹਾਡਾ ਚਿੱਤ ਨਹੀਂ ਕਰੇਗਾ ਕਿ ਮੈਂ ਇਹਨੂੰ ਵਿਅਰਥ ਕਰਾਂ, ਕਿਉਂਕਿ ਮਾਲਕ ਦੀ ਦਾਤ ਹੈ। ਜਿਨ੍ਹਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਨਾ, ਉਹ ਸਾਡੇ ਵਾਂਗ ਨਹੀਂ, ਮਾਫ਼ ਕਰਨਾ, ਅਸੀਂ ਤਾਂ ਕਈ ਵਾਰੀ ਥਾਲੀ ਭਰ ਕੇ ਐਵੇਂ ਸਿੱਟ ਕੇ ਆ ਜਾਂਦੇ ਹਾਂ। ਵਾਹਿਗੁਰੂ ਨੇ ਅੰਨ ਦਿੱਤਾ, ਉਹਦੀ ਕਦਰ ਕਰੀਏ। ਇਹ ਇੱਕ ਸਾਡਾ ਹੀ ਦੇਸ਼ ਹੈ ਜਿੱਥੇ ਅੰਨ ਦੀ ਕਦਰ ਨਹੀਂ, ਬਾਕੀ ਸਾਰੀ ਦੁਨੀਆ ਅੰਨ ਦੀ ਕਦਰ ਕਰਦੀ ਹੈ। ਭਾਵੇਂ ਉਹ ਲੰਗਰ ਹੋਵੇ, ਭਾਵੇਂ ਉਹ ਤੁਸੀਂ ਬੈਂਕਟ ਹਾਲ ਚਲੇ ਜਾਓ, ਇਤਨੀ ਬੇਕਦਰੀ ਅੰਨ ਦੀ ਅਸੀਂ ਲੋਕ ਕਰਦੇ ਹਾਂ। ਜਿਤਨੀ ਲੋੜ ਹੈ ਉਤਨੀ ਚੀਜ਼ ਲੈਣੀ ਚਾਹੀਦੀ। ਅਸੀਂ ਕੀ ਕਰਦੇ, ਪੂਰੀ ਥਾਲੀ ਭਰ ਲੈਣੀ ਪਹਿਲਾਂ, ਫਿਰ ਸਾਰੀ ਛੱਡ ਕੇ ਡਸਟਬਿਨ ਠਾ ਮਾਰਨੀ।
ਵਾਹਿਗੁਰੂ ਦੀ ਦਿੱਤੀ ਹੋਈ ਦਾਤ ਦਾ ਸ਼ੁਕਰਾਨਾ। ਇਹ ਸੋਚਿਆ ਕਰੋ ਵੀ ਰੱਬ ਨੇ ਇਹ ਦਾਤ ਸਾਨੂੰ ਦਿੱਤੀ। ਪਤਾ ਨਹੀਂ ਕਿਤਨੇ ਐਸੇ ਲੋਕ ਨੇ ਰਾਤ ਨੂੰ ਭੁੱਖੇ ਸੌਂਦੇ ਨੇ, ਕਿਤਨੇ ਲੋਕ ਨੇ ਜਿਹੜੇ ਕਿ ਰੂੜੀ 'ਤੇ ਪਏ ਹੋਏ ਲੋਕਾਂ ਦੇ ਕਈ ਦਿਨ ਦੇ ਪਏ ਹੋਏ ਚਨੇ ਬਿੰਨ ਬਿੰਨ ਕੇ ਖਾਂਦੇ ਨੇ। ਕਿੰਨੇ ਲੋਕ ਨੇ ਜਿਹੜੇ ਕਿ ਰੋਟੀਆਂ ਉੱਥੇ ਪਈਆਂ ਹੁੰਦੀਆਂ ਉਹਨਾਂ ਨੂੰ ਕੱਢ ਕੱਢ ਕੇ ਉਹਨਾਂ ਨੂੰ ਸਾਫ਼ ਕਰ ਕਰਕੇ ਖਾਂਦੇ ਨੇ। ਤੈਨੂੰ ਰੱਬ ਨੇ ਦਿੱਤਾ ਹੈ, ਵਾਹਿਗੁਰੂ ਜੀ ਦਾ ਸਤਿਕਾਰ ਕਰ। ਵਾਹਿਗੁਰੂ ਤੂੰ ਇਹ ਦਾਤ ਮੈਨੂੰ ਦਿੱਤੀ ਹੈ। 36 ਪ੍ਰਕਾਰ ਦੇ ਭੋਜਨ ਦਿੱਤੇ ਨੇ। ਔਰ ਸਿੱਖ ਨੂੰ ਤਾਂ ਰੋਜ਼ ਕਹਿਣਾ ਚਾਹੀਦਾ, ਜੇ ਪ੍ਰਸਾਦ 36 ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ। ਜਿਹਨੇ ਇਤਨਾ ਕੁਛ ਦਿੱਤਾ ਉਹਨੂੰ ਤਾਂ ਮਨ 'ਚ ਰੱਖਣਾ ਚਾਹੀਦਾ, ਵਾਹਿਗੁਰੂ ਤੂੰ ਤਰਸ ਕਰਕੇ ਦਿੱਤਾ। ਤੁਹਾਨੂੰ ਆਲੇ ਦੁਆਲੇ ਦੇਖੋਗੇ ਬਹੁਤ ਸਾਰੇ ਲੋਕ ਮਿਲ ਜਾਣਗੇ ਜਿਨ੍ਹਾਂ ਦੇ ਘਰ ਇੱਕ ਵੇਲੇ ਰੋਟੀ ਬਣਦੀ ਹੋਏਗੀ, ਦੂਜੇ ਵੇਲੇ ਦੀ ਰੋਟੀ ਨੂੰ ਔਖਾ ਹੋ ਜਾਂਦਾ ਹੈ ਵੀ ਕੀ ਹੋਏਗਾ। ਰੱਬ ਨੇ ਇਤਨਾ ਕੁਝ ਦਿੱਤਾ ਹੈ, ਰੱਬ ਨੇ ਸਭ ਕੁਝ ਦਿੱਤਾ, ਉਹਦਾ ਸ਼ੁਕਰ ਕਰੀਏ, ਉਹਦਾ ਧੰਨਵਾਦ ਕਰੀਏ। ਜਦੋਂ ਇਸ ਤਰ੍ਹਾਂ ਦਾ ਜੀਵਨ ਬਣੇਗਾ ਨਾ, ਹਰੀ ਪਰਮਾਤਮਾ ਇਸ ਤਰ੍ਹਾਂ ਸਾਡੇ ਮਨ ਵਿੱਚ ਵਸ ਜਾਏਗਾ, ਉਹਦਾ ਅਨੁਭਵ ਪ੍ਰਾਪਤ ਹੋ ਜਾਏਗਾ। ਸਭ ਕੁਝ ਦਿੱਤਾ ਹੋਇਆ ਉਸ ਦੀ ਦਾਤਾਂ ਲੱਗਣ ਲੱਗ ਪਏਗਾ ਵੀ ਸਭ ਤੇਰੀ ਦਾਤ ਹੈ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਤੇਰਾ ਦਿੱਤਾ ਹੋਇਆ ਖਾ ਰਿਹਾ ਹਾਂ, ਤੇਰੇ ਦਿੱਤੀਆਂ ਹੋਈਆਂ ਸਾਰੀਆਂ ਚੀਜ਼ਾਂ ਨੇ। ਉਸ ਦੇ ਨਾਲ ਫਿਰ ਅਸੀਂ ਹੋਰ ਰਸਾਂ ਵਿੱਚੋਂ ਨਿਕਲ ਜਾਵਾਂਗੇ। ਇਸ ਤਰ੍ਹਾਂ ਦੀ ਅੱਜ ਦੀ ਵਿਚਾਰ ਗੁਰੂ ਸਾਹਿਬ ਨੇ ਸਾਨੂੰ ਸਮਝਾਈ ਹੈ। ਆਓ ਪਿਆਰ ਨਾਲ ਪਹਿਲਾਂ ਆਪਾਂ ਇਸ ਦੀ ਵਿਚਾਰ ਸਮਝੀਏ, ਹੁਣ ਪਾਠ ਵੀ ਨਾਲ ਕਰ ਲਈਏ ਤਾਂ ਕਿ ਅਸੀਂ ਬਾਣੀ ਨੂੰ ਵੀ ਸੁੱਧ ਕਰ ਸਕੀਏ ਅਤੇ ਬਾਣੀ ਪੜ੍ਹਨ ਦਾ ਸਲੀਕਾ ਅਤੇ ਤਰੀਕਾ ਵੀ ਸਾਨੂੰ ਆ ਸਕੇ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਕਿਤੇ ਨਹੀਂ ਕਿਤੈ, ਹਾਂ ਦੁਲਾਮਾ ਲੱਗੀ ਹੋਈ ਹੈ। ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁ ਨਾ ਤ੍ਰਿਸ਼ਨਾ ਲਾਗੈ ਆਏ। ਇਹ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ, ਮਿਲੇ ਨਹੀਂ ਮਿਲੈ, ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ, ਕਹਿ ਨਹੀਂ ਕਹਿ ਨਾਨਕ, ਹੋਰ ਅਨਰਸ ਸਭ ਵੀਸਰੇ। ਪੂਰੇ ਆਨੰਦ ਸਾਹਿਬ ਦੇ ਪਾਠ ਵਿੱਚ ਕਿਤੇ ਵੀ ਕਹੇ ਨਹੀਂ ਹੈ, ਸਾਰੀਆਂ ਥਾਵਾਂ 'ਤੇ ਕਹਿ, ਔਰ ਤਕਰੀਬਨ ਸੰਗਤ ਕਹੇ ਪਾਠ ਕਰਦੀ ਹੈ। ਸਾਰੀ ਥਾਵਾਂ 'ਤੇ ਕਹਿ, ਘੋਟ ਕੇ ਪੜ੍ਹਨਾ। ਕਹੇ ਤਾਂ ਸੌਖਾ ਹੀ ਹੋ ਗਿਆ ਨਾ ਇੱਕਦਮ। ਕਹਿ, ਕਹਿ ਦਾ ਅਰਥ ਹੈ ਆਖਦਾ ਹੈ। ਕਹਿ ਨਾਨਕ, ਕਹੇ ਨਾਨਕ ਨਹੀਂ, ਨਾਨਕ ਕਹੇ ਆਖੇ ਅੱਗੇ, ਉਹ ਤਾਂ ਕਹਿ ਚੁੱਕਿਆ ਸਤਿਗੁਰੂ। ਸਤਿਗੁਰੂ ਤਾਂ ਆਖ ਦਿੱਤੀ ਹੈ ਸਤਿਗੁਰੂ ਨੇ ਆਪਣੀ ਗੱਲ। ਇਸ ਕਰਕੇ ਇਹਨੂੰ ਪਾਠ ਕਰਨਾ। ਕਹਿ ਨਾਨਕ ਹੋਰ ਅਨਰਸ ਸਭ ਵੀਸਰੇ, ਜਾਂ ਹਰ ਵਸੈ ਮਨ ਆਏ। ਕਹਿ ਨਾਨਕ ਹੋਰ ਅਨਰਸ ਸਭ ਵੀਸਰੇ, ਜਾਂ ਹਰ ਵਸੈ ਮਨ ਆਏ। ਸੋ ਇਤਨੀਆਂ ਬੇਨਤੀਆਂ ਪ੍ਰਵਾਨ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਫਤਿਹ ਦੀ ਸਾਂਝ ਕਰੋ ਪਿਆਰ ਨਾਲ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।